ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵੋ ਜੀ ਹਿਰਦੇ ਧਿਆਵੋ। ਸ਼੍ਰੀ ਗੁਰ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਜੀ ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ ਜੀ ਨਾਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਕੁੱਲਾ ਪੁੱਲਾ ਝੰਜੂ ਦੋਏ ਸੋਇਨੀ ਹੁਤੋ ਭਗੀਰਥ ਜੋਏ। ਤੀਨਹ ਪ੍ਰਾਪਤ ਪੇ ਗੁਰ ਸ਼ਰਣੀ ਬੰਦਨ ਕੀਨ ਅਰਜ ਨਿਜ ਬਰਨੀ। ਕੁੱਲਾ ਪੁੱਲਾ ਝੰਜੂ ਦੋਏ ਸੋਇਨੀ ਹੁਤੋ ਭਗੀਰਥ ਜੋਏ। ਤੀਨਹ ਪ੍ਰਾਪਤ ਪੇ ਗੁਰ ਸ਼ਰਣੀ ਬੰਦਨ ਕੀਨ ਅਰਜ ਨਿਜ ਬਰਨੀ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਦੀਨਾ ਬੰਧੂ ਦਇਆ ਨਿਧ ਨਿਹਚਲ ਚੌਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਸਤਿਗੁਰਾਂ ਦੇ ਸੰਧਿਆ ਸਮੇਂ ਦੇ ਸੱਜ ਰਹੇ ਪਾਵਨ ਪਵਿੱਤਰ ਦੀਵਾਨ ਅੰਦਰ ਹਾਜ਼ਰੀਆਂ ਭਰ ਕਰਕੇ ਹਜ਼ੂਰ ਦੇ ਖੁੱਲੇ ਦਰਸ਼ਨ ਦੀਦਾਰ ਕਰ ਰਹੇ ਹਾਂ। ਖੁਸ਼ ਬਵਦ ਉਮਰ ਕੇ ਦਰ ਯਾਦ ਬੇਗੁਜ਼ਰਦ ਵਰਨਹ ਚੇ ਹਾਸਲ ਅਸਤ ਅਜੀ ਗੁੰਬਦੇ ਕਬੂਦ ਮਰਾ। ਗਰੀਬ ਨਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਸਤਿਗੁਰਾਂ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਆਪਾਂ ਨਿਤਾ ਪ੍ਰਤੀ ਲੜੀਵਾਰ ਰੂਪ ਅੰਦਰ ਸ਼ਰਵਣ ਕਰ ਰਹੇ ਹਾਂ। ਜਿਨਕੇ ਭਾਗ ਵੱਡੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ ਸਭ ਤੇ ਊਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲੱਥਾ। ਜਥਾ ਪ੍ਰਸੰਗ ਆਪਾਂ ਕੱਲ ਦੇ ਦੀਵਾਨ ਵਿੱਚ ਸ਼ਰਵਣ ਕੀਤਾ ਹੈ ਕਿ ਧੰਨ ਗੁਰੂ ਅਰਜਨ ਦੇਵ ਜੀ ਸਾਹਿਬ ਮਹਾਰਾਜ ਹਜ਼ੂਰ ਦੇ ਦਰਸ਼ਨ ਕਰਨ ਵਾਸਤੇ ਖਾਲਸਾ ਜੀ ਬੇਅੰਤ ਸੰਗਤਾਂ ਆਉਂਦੀਆਂ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵੈ ਹੈ ਮੇਰੇ ਮਨਾ। ਜੋ ਮੰਗੈ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਊਹਾਂ ਸੱਚ ਹੋਵੈ। ਸਰਬੱਤ ਦੀਆਂ ਝੋਲੀਆਂ ਮਹਾਰਾਜ ਭਰਦੇ ਐ। ਜਿਹੋ ਜੀ ਕਿਸੇ ਦੀ ਇੱਛਾ ਹੁੰਦੀ ਹੈ ਅਧਿਕਾਰੀ ਵੇਖ ਕੇ ਮਹਾਰਾਜ ਵੈਸਾ ਉਪਦੇਸ਼ ਬਖਸ਼ ਰਹੇ ਹਨ। ਨਿਤਾ ਪ੍ਰਤੀ ਮਹਾਰਾਜ ਦੇ ਪਾਸ ਬੇਅੰਤ ਇਹੋ ਜਿਹੇ ਜਿਹੜੇ ਵੈ ਚਿਹਰੇ ਮੁਰਿਆ ਰਹੇ ਹੈ, ਜਿਹੜੇ ਸਿੱਖੀ ਧਾਰਨ ਕਰਨ ਦੀ ਇੱਛਾ ਰੱਖਦੇ ਹੈ, ਪਹਿਲਾਂ ਸਿੱਖ ਨਹੀਂ ਹਨ, ਜਿਨ੍ਹਾਂ ਦੇ ਵਿੱਚ ਆਪਾਂ ਕੁਝ ਪ੍ਰਸੰਗ 2-4 ਦਿਨਾਂ ਤੋਂ ਸ਼ਰਵਣ ਕਰ ਰਹੇ ਹਾਂ। ਬਾਲਾ ਅਤੇ ਕ੍ਰਿਸ਼ਨਾ ਆਦਿਕ ਨਾਮ ਦੇ ਸਿੱਖ ਆਏ। ਇਹ ਕਾਂਸੀ ਬਨਾਰਸ ਵਿੱਚ ਬੜੀ ਵਿੱਦਿਆ ਪੜ੍ਹੇ ਹੋਏ ਸਨ ਔਰ ਮਹਾਰਾਜ ਦੇ ਸਿੱਖਾਂ ਦੇ ਅੰਦਰ ਸ਼ਾਂਤੀ ਵੇਖ ਕੇ ਲਾਲਸਾ ਜਾਗੀ ਵੀ ਅਸੀਂ ਵੇਦਾਂ ਸ਼ਾਸਤਰਾਂ ਦੇ ਗਿਆਤੇ ਹੋਣ ਦੇ ਬਾਵਜੂਦ ਵੀ ਸਾਡੇ ਅੰਦਰ ਸ਼ਾਂਤੀ ਨਹੀਂ। ਭਾਵੇਂ ਅਸੀਂ ਸਭ ਨੂੰ ਕਥਾ ਕਰ ਕਰਕੇ ਸੁਣਾਉਂਦੇ ਹਾਂ ਸ਼ਾਂਤੀ ਇੱਥੇ ਹੈ, ਸ਼ਾਂਤੀ ਇਸ ਤਰ੍ਹਾਂ ਹੈ, ਸਹਿਜ ਮਿਲਦਾ ਹੈ, ਪਰ ਆਪਦੇ ਅੰਦਰ ਕੋਈ ਸਹਿਜ ਨਹੀਂ। ਪਰ ਇਹ ਸਿੱਖ ਗੁਰੂ ਅਰਜਨ ਦੇਵ ਮਹਾਰਾਜ ਦੇ ਅਨਪੜ੍ਹੀ ਵਿਦਵਾਨਾਂ ਜਾਂ ਬੜੇ ਸਾਧੂਆਂ ਵਰਗੀ ਬਿਰਤੀ ਰੱਖਦੇ ਹੈ ਅਤੇ ਇੱਛਾ ਕੀਤੀ ਵੀ ਮਹਾਰਾਜ ਦੇ ਪਾਸ ਆਪਾਂ ਨੂੰ ਵੀ ਜਾਣਾ ਚਾਹੀਦਾ। ਇਹ ਬਾਲਾ ਅਤੇ ਕ੍ਰਿਸ਼ਨਾ ਨਾਮ ਦੇ ਦੋਵੇਂ ਹੀ ਖਾਲਸਾ ਜੀ ਪੰਡਤ ਬੜੇ ਵਿਦਵਾਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਪਾਸ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਪਹੁੰਚੇ। ਹਜ਼ੂਰ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕੀਤੀਆਂ ਵੀ ਮਹਾਰਾਜ ਅਸੀਂ ਕਿੱਤਾ ਇਹ ਹੈ ਵੀ ਕਥਾ ਕਰਦੇ ਹਾਂ, ਵੇਦਾਂ ਸ਼ਾਸਤਰਾਂ ਦੀ ਬੜੀ ਵਿੱਦਿਆ ਪੜ੍ਹੇ ਹੋਏ ਹਾਂ, ਪਰ ਮਹਾਰਾਜ ਬੇਨਤੀ ਇਹ ਹੈ ਵੀ ਸਾਡੇ ਅੰਦਰ ਜਿਹੜੀ ਵੇਦਾਂ ਸ਼ਾਸਤਰਾਂ ਵਿੱਚ ਸ਼ਾਂਤੀ ਦਾ ਕਥਨ ਕੀਤਾ ਹੋਇਆ ਹੈ, ਪਰਮੇਸ਼ਰ ਦੇ ਸਰੂਪ ਦੀ ਸਿਖਿਆਤ ਦਾ ਕਥਨ ਆਉਂਦਾ ਹੈ, ਉਹ ਕੁਝ ਸਾਡੇ ਹਿਰਦੇ ਅੰਦਰ ਮਹਾਰਾਜ ਹੈ ਨਹੀਂ। ਅਤੇ ਬੇਨਤੀ ਇਹ ਹੈ ਮਹਾਰਾਜ ਵੀ ਸਾਨੂੰ ਵੀ ਕੋਈ ਇਹੋ ਜਿਹਾ ਉਪਦੇਸ਼ ਬਖਸ਼ੋ ਕਿ ਸਾਨੂੰ ਵੀ ਮਹਾਰਾਜ ਸ਼ਾਂਤੀ ਆਵੇ, ਵੀ ਇਕੱਲੀ ਕਥਨੀ ਨਾ ਸਾਡੇ ਪੱਲੇ ਰਵੇ, ਕੋਈ ਕਰਨੀ ਦੀ ਦਾਤ ਵੀ ਬਖਸ਼ੋ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ
ਇਹਨਾਂ ਨੂੰ ਫਿਰ ਦੱਸਿਆ ਉਪਦੇਸ਼ ਦਿੰਦਿਆਂ ਕਿ ਮਨ ਕਰਕੇ ਹੀ ਪ੍ਰਾਣੀ ਗੁਣੀ ਹੁੰਦਾ ਹੈ, ਮਨ ਕਰਕੇ ਪ੍ਰਾਣੀ ਔਗਣਿਆਰਾ ਪਾਪੀ ਬਣਦਾ ਹੈ। ਅਤੇ ਜਦੋਂ ਤੁਸੀਂ ਵਿੱਦਿਆ ਪੜ੍ਹਨੀ ਸ਼ੁਰੂ ਕੀਤੀ ਸੀ ਬਚਪਨ ਵਿੱਚ, ਉਦੋਂ ਤੁਹਾਡੇ ਮਨ ਵਿੱਚ ਹੀ ਇਹ ਸੰਕਲਪ ਹੈ ਸੀ ਵੀ ਅਸੀਂ ਵਿੱਦਿਆ ਪੜ੍ਹ ਪੜ੍ਹ ਕੇ ਵੱਡੇ ਵਿਦਵਾਨ ਬਣਾਂਗੇ ਅਤੇ ਖੁੱਲ੍ਹੀ ਮਾਇਆ ਕਮਾਇਆ ਕਰਾਂਗੇ। ਜਦ ਕਿ ਉਹ ਸੰਕਲਪ ਹੁਣ ਵੀ ਤੁਹਾਡੇ ਮਨ ਵਿੱਚ ਉੱਦਾਂ ਦਾ ਹੀ ਕਾਇਮ ਹੈ, ਜਿਸ ਕਰਕੇ ਕਥਾ ਕਰਦੇ ਹੋ ਪਰ ਧਿਆਨ ਮਾਇਆ ਵਿੱਚ ਹੀ ਜੁਟਿਆ ਰਹਿੰਦਾ ਹੈ। ਤਾਂ ਉਹ ਸੰਸਕਾਰ ਮਹਾਰਾਜ ਕਹਿੰਦੇ ਬਣ ਜਾਂਦੇ ਇਸ ਤਰ੍ਹਾਂ ਭਾਈ। ਫਿਰ ਗਰੀਬ ਨਵਾਜ ਨੂੰ ਬੇਨਤੀ ਕੀਤੀ ਮਹਾਰਾਜ ਵੀ ਕਿਵੇਂ ਸਾਡੀ ਕਲਿਆਣ ਹੋਵੇਗੀ, ਕਿਵੇਂ ਸਾਨੂੰ ਸ਼ਾਂਤੀ ਪ੍ਰਾਪਤ ਹੋਵੇਗੀ। ਹਜ਼ੂਰ ਦੱਸਦੇ ਹੈ ਵੀ ਜਿਹੜੀ ਵਿੱਦਿਆ ਜਾਂ ਕਥਾ ਤੁਸੀਂ ਸੁਣਾਉਂਦੇ ਹੋ ਉਹਦੇ ਵਿੱਚ ਮਨ ਨੂੰ ਵੀ ਵਿੱਚ ਰੱਖਿਆ ਕਰੋ। ਸੁਣਾਉਣ ਲੱਗਿਆਂ ਇਹ ਵੀ ਹੋਵੇ ਵੀ ਮੇਰਾ ਵੀ ਮਨ ਸੁਣਦਾ ਹੈ। ਪ੍ਰਥਮੇ ਮਨ ਪ੍ਰਬੁੱਧ ਹੈ, ਆਪਣਾ ਪਛ ਅਵਰ ਰੀਝਾਵੈ। ਜੇ ਕੋਈ ਕਿਸੇ ਨੂੰ ਗੱਲ ਕਹਿਣੀ ਹੈ, ਸਮਝਾਉਣਾ ਹੈ, ਉਹਦੇ ਵਾਸਤੇ ਹੈ ਵੀ ਨਾਲ ਮਨ ਨੂੰ ਵੀ ਪਹਿਲਾਂ ਸੰਬੋਧਨ ਕਰ ਲਓ। ਅੰਦਰ ਜ਼ਰੂਰ ਝਾਤੀ ਮਾਰੀਏ ਵੀ ਕੀ ਮੇਰਾ ਮਨ ਇੱਥੇ ਖੜ੍ਹਾ ਹੈ ਜਿਹੜਾ ਮੈਂ ਕਿਸੇ ਨੂੰ ਉਪਦੇਸ਼ ਕਰਨ ਲੱਗਿਆ ਹਾਂ। ਤੋ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਆਖਿਆ ਵੀ ਮਨ ਨੂੰ ਸੁਣਾਓ ਕਥਾ, ਦੂਜਿਆਂ ਨੂੰ ਵੀ ਸੁਣਾਓ, ਨਾਲ ਤੁਹਾਡਾ ਮਨ ਵੀ ਸੁਣੇ। ਤੋ ਇਸ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਨੇ ਵਿਧੀ ਦੱਸੀ। ਫਿਰ ਸਮਾਂ ਤਾਂ ਲੱਗਦਾ ਹੀ ਹੈ, ਨਾਲ ਮੂਲ ਮੰਤਰ ਦਾ, ਵਾਹਿਗੁਰੂ ਮੰਤਰ ਦਾ ਮਹਾਰਾਜ ਨੇ ਅਭਿਆਸ ਵੀ ਦੱਸਿਆ। ਇਹ ਅਭਿਆਸ ਵੀ ਕਰਦੇ ਗਏ ਅਤੇ ਨਾਲ ਨਾਲ ਜਦੋਂ ਕਥਾ ਕਰਦੇ ਆ ਆਪਦੇ ਮਨ ਨੂੰ ਵੀ ਸੰਬੋਧਨ ਹੁੰਦੇ ਹੈ। ਤੋ ਔਗਣ ਖਾਲਸਾ ਜੀ ਕੋਈ ਬਹੁਤੇ ਨਹੀਂ ਹੁੰਦੇ, ਸਾਲ ਦੇ ਵਿੱਚ ਇੱਕ ਔਗਣ ਵੀ ਛੱਡੀਏ ਅਤੇ ਧੀਰੇ 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 ਕੋਈ 5-4-10 ਸਾਲਾਂ ਦੇ ਵਿੱਚ ਹੀ ਜਿਹੜੀ ਹੈ ਉਹ ਸੱਚੇ ਪਾਤਸ਼ਾਹ ਮਹਾਰਾਜ ਦੀ ਦਇਆ ਨਾਲ ਸ਼ਾਂਤੀ ਸਹਿਜ ਆਉਣਾ ਸ਼ੁਰੂ ਹੋ ਜਾਂਦਾ ਹੈ। ਇੱਕ ਔਗਣ ਛੱਡਣਾ ਸਾਲ ਵਿੱਚ ਕੋਈ ਵੱਡਾ ਵੀ ਨਹੀਂ, ਅਤੇ ਗ੍ਰਹਿਣ ਕਰਨ ਲੱਗਿਆਂ ਵੀ ਸਾਧ ਸੰਗਤ ਦੀ ਬੇਂਦੀ ਲੱਗਦਾ ਹੈ ਅਤੇ ਛੱਡਣ ਲੱਗਿਆਂ ਵੀ ਬੇਂਦੀ ਲੱਗਦਾ ਹੈ। ਅਤੇ ਔਗਣ ਛੱਡਦੇ ਜਾਈਏ ਅਤੇ ਗੁਣ ਆਪੇ ਹੀ ਗ੍ਰਹਿਣ ਹੋਣ ਲੱਗ ਪੈਂਦੇ ਹੈ। ਜਿਸ ਕਰਕੇ ਸੰਸਾਰ ਦੇ ਵਿੱਚ ਜੋ ਅੱਜ ਸ਼ਾਂਤੀ ਸਹਿਜ ਨਹੀਂ, ਉਹਦਾ ਕਾਰਨ ਇਹ ਹੈ ਵੀ ਬਿਰਤੀ ਬਾਹਰ ਮੁਖੀ ਹੈ। ਜਿੰਨਾ ਸਮਾਂ ਬਿਰਤੀ ਬਾਹਰ ਮੁਖੀ ਰਹੇਗੀ ਓਨਾ ਸਮਾਂ ਸਾਧ ਸੰਗਤ ਜੀ ਤੁਹਾਨੂੰ ਕੋਈ ਸਹਿਜ ਦੀ ਪ੍ਰਾਪਤੀ ਨਹੀਂ ਹੋਵੇਗੀ। ਅੱਜ ਤੀਕਰ ਜਿਹਨੇ ਵੀ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ ਉਹਨੇ ਜਿਹਨੂੰ ਮਿਲਿਆ ਅੰਦਰੋਂ ਮਿਲਿਆ, ਬਾਹਰੋਂ ਕੁਝ ਨਹੀਂ। ਪਰ ਅਸੀਂ ਸੋਚਦੇ ਹਾਂ ਵੀ ਜਿਵੇਂ ਵਿੱਦਿਆ ਸਾਨੂੰ ਬਾਹਰੋਂ ਮਿਲੀ ਹੈ ਅਤੇ ਸਭ ਵਸਤੂਆਂ, ਕਾਰ, ਕੋਠੀ, ਗੱਡੀ, ਪੈਸਾ, ਜ਼ਮੀਨ ਜਾਇਦਾਦ ਸਭ ਬਾਹਰੋਂ ਮਿਲਦਾ, ਖੌਰੇ ਰੱਬ ਵੀ ਬਾਹਰੋਂ ਮਿਲੇ। ਪਰ ਇਹ ਖਾਲਸਾ ਜੀ ਵਿਪਰੀਤ ਗੱਲ ਹੈ। ਪਰਮੇਸ਼ਰ ਜਿਹਨੂੰ ਵੀ ਮਿਲਿਆ ਅੰਦਰੋਂ ਮਿਲਿਆ। ਤੋ ਸੰਸਾਰ 'ਤੇ ਬਹੁਤ ਕੁਝ ਵੇਖਣ ਵਾਲਾ ਹੈ ਬਾਹਰ, ਪਰ ਅੰਦਰ ਵੇਖਣ ਨਾਲੋਂ ਚੰਗਾ ਹੋਰ ਕੁਝ ਨਹੀਂ। ਬਹੁਤ ਰੰਗ ਬਿਰੰਗੀ ਦੁਨੀਆ ਵੇਖਣ ਵਾਲੀ ਹੈ ਬਾਹਰ, ਪਰ ਵੇਖਣਾ ਬਾਹਰ ਬਹੁਤ ਕੁਝ ਹੈ, ਪਰ ਅੰਦਰ ਵੇਖਣ ਨਾਲੋਂ ਵੱਡਾ ਕੁਝ ਨਹੀਂ ਹੈ। ਤੋ ਜਦੋਂ ਬਿਰਤੀ ਖਾਲਸਾ ਦੀ ਅੰਤਰਮੁਖੀ ਹੋ ਜਾਂਦੀ ਹੈ, ਜਿਵੇਂ ਸਾਡੇ ਵੀ ਜੇ ਕਿਸੇ ਦੇ ਨਿਤਨੇਮ ਵਿੱਚ ਘਾਟ ਹੈ, ਕੋਈ ਬਾਣੀ ਜਿਹੜੀ ਆ ਨਹੀਂ ਪੜ੍ਹਨ ਨੂੰ ਚਿੱਤ ਕਰਦਾ, ਉਹਦਾ ਕਾਰਨ ਹੈ ਸਾਡਾ ਜਿਹੜੀ ਬਿਰਤੀ ਹੈ ਉਹ ਸੰਸਾਰ ਦੀ ਪ੍ਰਵਿਰਤੀ ਵਿੱਚ ਜ਼ਿਆਦਾ ਪ੍ਰਵਿਰਤ ਹੁੰਦੀ, ਖਪਤ ਹੁੰਦੀ ਹੈ। ਵੀ ਸਾਰਾ ਦਿਨ ਇੱਛਾ ਰਹਿੰਦੀ ਵੀ ਉਹਦੇ ਕੋਲ ਵੀ ਖੜਨਾ ਹੈ, ਫਲਾਣਾ ਵੀ ਨਾ ਰੁੱਸੇ, ਇਹਦੇ ਨਾਲ ਵੀ ਗੱਲਬਾਤਾਂ ਕਰੀਏ, ਅਤੇ ਮੋੜ 'ਤੇ ਖੜ੍ਹ ਗਏ, ਬਾਹਰ ਖੜ੍ਹ ਗਏ। ਉਹ ਇਸ ਤਰ੍ਹਾਂ ਸਾਧ ਸੰਗਤ ਜੀ ਵੀ, ਕਿਉਂਕਿ ਦਿਹਾੜੀ ਦਿਨ ਹੁੰਦਾ ਕਿੱਡਾ ਕੁ ਹੈ, 8 ਪਹਿਰਾਂ ਵਿੱਚੋਂ 4 ਪਹਿਰ ਸੁੱਤਿਆਂ ਲੰਘ ਜਾਂਦੇ ਹੈ। ਕਿ ਪਹਿਰ ਜਿਹੜਾ ਜਿਵੇਂ ਇਸ਼ਨਾਨ ਪਾਣ ਕਰਦਿਆਂ, ਲੀੜਾ ਬਸਤਰ ਪਹਿਨਦਿਆਂ, ਕੁਝ ਪ੍ਰਸ਼ਾਦਾ ਪਾਣੀ ਛਕਦਿਆਂ ਲੰਘ ਗਏ, ਸਰੀਰ ਨੂੰ ਸਾਂਭਦਿਆਂ ਪਹਿਰ ਲੱਗ ਜਾਂਦਾ ਹੈ। ਮਗਰ ਜਿਹੜੇ ਹੈ ਉਹ 3 ਕੁ ਪਹਿਰ ਰਹਿ ਜਾਂਦੇ ਹੈ। ਉਹਨਾਂ ਦੇ ਵਿੱਚ ਕੁਝ ਸਮੇਂ ਅਸੀਂ ਕੰਮਕਾਰ ਵੀ ਕਰਨੇ ਹੈ, ਪਰਿਵਾਰ ਵਿੱਚ ਵੀ ਬਹਿਣਾ ਖਲੋਣਾ। ਇਸ ਤਰ੍ਹਾਂ
ਉਹ ਜਿੰਨਾ ਕੁ ਸਮਾਂ ਹੁੰਦਾ ਉਹ ਫਿਰ ਲੰਘ ਜਾਂਦਾ, ਫਿਰ ਆਖੀਦਾ ਨਹੀਂ ਹੁਣ ਕੱਲ੍ਹ ਨੂੰ ਸਹੀ। ਜਿਵੇਂ ਅੱਜ ਲੰਘਿਆ ਉਵੇਂ ਫਿਰ ਕੱਲ੍ਹ ਬੀਤ ਜਾਂਦਾ ਹੈ। ਜਿੰਨਾ ਸਮਾਂ ਅਸੀਂ ਪ੍ਰਵਿਰਤੀ ਨਹੀਂ ਘਟਾਉਂਦੇ ਬੇਫਾਲਤੂ ਬੋਲਣਾ ਅਤੇ ਬੇਫਾਲਤੂ ਬਹਿਸਬਾਜ਼ੀ ਕਰਨੀ, ਕਿਸੇ ਨਾਲ ਜਿੱਦਣਾ, ਈਰਖਾ ਵੱਸ ਹੋ ਕੇ ਕਿਸੇ ਦੀ ਨਿੰਦਾ ਕਰਨੀ, ਜਿਹੜੀਆਂ ਗੱਲਾਂ ਦਾ ਕੋਈ ਨਤੀਜਾ ਨਹੀਂ, ਉਹਨਾਂ ਗੱਲਾਂ 'ਤੇ ਕਿੰਨਾ ਕਿੰਨਾ ਸਮਾਂ ਬਹਿਸ ਕਰੀ ਜਾਣੀ, ਜਿਹਦੇ ਵਿੱਚੋਂ ਨਿਕਲਣਾ ਹੀ ਕੱਖ ਨਹੀਂ। ਤੋ ਇਸ ਤਰ੍ਹਾਂ ਜਿਹੜਾ ਸਮਾਂ ਹੁੰਦਾ ਸਾਰਾ ਲੰਘ ਜਾਂਦਾ ਹੈ ਅਤੇ ਫਿਰ ਆਖੀ ਦਾ ਨਾਮ ਜਪਿਆ ਨਹੀਂ ਜਾਂਦਾ। ਉਹਦਾ ਕਾਰਨ ਇੱਕੋ ਹੀ ਹੈ ਵੀ ਸਾਡੀ ਬਿਰਤੀ ਬਾਹਰ ਮੁਖੀ ਹੈ। ਬਾਹਰੋਂ ਅਸੀਂ ਸਾਰਾ ਆਨੰਦ ਭਾਲਦੇ ਹਾਂ ਅਤੇ ਸੰਸਾਰ ਵਿੱਚ ਪ੍ਰਵਿਰਤ ਹੋਏ ਰਹਿੰਦੀ ਸਾਡੀ ਬੁੱਧ ਜਿਹੜੀ ਬਿਰਤੀ ਹੈ। ਜਦੋਂ ਸਾਧ ਸੰਗਤ ਦੀ ਬਿਰਤੀ ਅੰਤਰਮੁਖੀ ਹੋ ਜਾਵੇ ਅਤੇ ਪ੍ਰਵਿਰਤੀ ਪੱਖ ਸੰਸਾਰ ਵਾਲੇ ਪਾਸਿਓਂ ਘਟ ਜਾਵੇ, ਸੰਸਾਰ ਵਾਲੇ ਪਾਸੇ ਨਿਰਵਿਰਤ ਹੋ ਜਾਏ ਅਤੇ ਪਰਮੇਸ਼ਰ ਦੇ ਨਾਮ ਵਾਲੇ ਪਾਸੇ ਜਦੋਂ ਬਿਰਤੀ ਪ੍ਰਵਿਰਤ ਹੁੰਦੀ ਹੈ, ਉਦੋਂ ਫਿਰ ਧੀਰੇ 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 ਖਾਲਸਾ ਜੀ ਫਿਰ ਨਾਮ ਬਾਣੀ ਪੜ੍ਹਨ ਨੂੰ ਵੀ ਚਿੱਤ ਕਰੇਗਾ। ਤੋ ਇਸ ਤਰ੍ਹਾਂ ਸਹਿਜ ਸ਼ਾਂਤੀ ਦੀ ਦਾਤ ਮਹਾਰਾਜ ਬਖਸ਼ ਦਿੰਦੇ ਹੈ, ਅਭਿਆਸ ਤੋਂ ਬਿਨਾਂ ਨਹੀਂ। ਤੋ ਇੱਥੇ ਗਰੀਬ ਨਵਾਜ ਨੇ ਜਿਵੇਂ ਉਪਦੇਸ਼ ਦਿੱਤਾ, ਇੰਨਾ ਕਮਾਇਆ ਆ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾ ਹੋ। ਤੋ ਗਰੀਬ ਨਵਾਜ ਦੀ ਬੜੀ ਦਇਆ ਹੋਈ। ਫਿਰ ਇੱਕ ਸਮੁੰਦਾ ਨਾਮ ਦਾ ਜਿਹੜਾ ਵਾ ਸਿੱਖ ਮਹਾਰਾਜ ਦੇ ਪਾਸ ਆਇਆ। ਉਹਨੇ ਪੁੱਛਿਆ, ਮਹਾਰਾਜ ਵੀ ਮੈਨੂੰ ਦੱਸੋ ਸਨਮੁਖ ਕੌਣ ਹੈ ਅਤੇ ਬੇਮੁਖ ਕੌਣ ਹੈ, ਤਾਂ ਕਿ ਮਹਾਰਾਜ ਮੈਨੂੰ ਪਤਾ ਲੱਗ ਸਕੇ ਅਤੇ ਕਿਤੇ ਭੁੱਲ ਭੁਲੇਖੇ ਵਿੱਚ ਮੈਂ ਵੀ ਤਾਂ ਨਹੀਂ ਬੇਮੁਖ ਬਣਿਆ ਬੈਠਾ। ਸਤਿਗੁਰਾਂ ਦੱਸਿਆ ਵੀ ਮਨਮੁਖ ਵਾਹਿਗੁਰੂ ਬੇਮੁਖ ਉਹ ਹੈ ਵੀ ਜਿਹੜਾ ਆਪਦੇ ਮਾਲਕ ਦੇ ਆਖੇ ਨਾ ਲੱਗੇ। ਆਖੇ ਲੱਗਦਾ ਜਿਹੜਾ ਕੰਮ ਕਰਦਾ ਮਾਲਕ ਦਾ ਦੱਸਿਆ ਉਹ ਸਨਮੁਖ ਹੈ। ਸ਼ਾਹੂਕਾਰ ਦਾ ਪ੍ਰਮਾਣ ਸਤਿਗੁਰਾਂ ਦਿੱਤਾ ਸੀ। ਤੋ ਇਹ ਦੱਸਿਆ ਮਹਾਰਾਜ ਨੇ ਵੀ ਪਰਮੇਸ਼ਰ ਦੇ ਭੇਜੇ ਆਏ ਹਾਂ, ਆਇਓ ਪੜ੍ਹਨ ਸੁਣਨ ਕਉ ਬਾਣੀ, ਜੇ ਇਸ ਕਾਰਜ ਵਾਸਤੇ ਆਏ ਹਾਂ, ਜੇ ਕਰਾਂਗੇ ਤਾਂ ਸਨਮੁਖ ਹੈ, ਅਤੇ ਜੇ ਇਹ ਜੀਵ ਨਹੀਂ ਕਰੇਗਾ ਤਾਂ ਪਰਮੇਸ਼ਰ ਤੋਂ ਬੇਮੁਖ ਹੈ। ਇਹ ਪਾਵਨ ਪਵਿੱਤਰ ਉਪਦੇਸ਼ ਇਹਨਾਂ ਦੋਵਾਂ ਨੇ ਹਿਰਦੇ ਵਿੱਚ ਵਸਾਇਆ ਅਤੇ ਗਰੀਬ ਨਵਾਜ ਮਹਾਰਾਜ ਦੀ ਦਇਆ ਸਦਕਾ ਫਿਰ ਬਹੁਤ ਸੁੱਖ ਸ਼ਾਂਤੀ ਆਨੰਦ ਪ੍ਰਾਪਤ ਹੋਏ। ਤੋ ਅੱਗੇ ਖਾਲਸਾ ਜੀ ਜਿਵੇਂ ਹੁਣ ਭਾਈ ਕੁੱਲਾ ਜੀ ਝੰਜੂ ਗੋਤ ਜਾਤ ਦੇ, ਭਾਈ ਭਗੀਰਥ ਜੀ ਵਰਗੇ ਸਿੱਖ ਇਹ ਮਹਾਰਾਜ ਦੇ ਪਾਸ ਪਹੁੰਚੇ। ਜਿਵੇਂ ਮਹਾਰਾਜ ਤੋਂ ਇਹਨਾਂ ਸਿੱਖਿਆ ਉਪਦੇਸ਼ ਗ੍ਰਹਿਣ ਕੀਤੀ, ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਬਾਰ। ਇਹ ਗੁਰੂ ਨਾਨਕ ਪਾਤਸ਼ਾਹ ਦੇ ਘਰ ਤੋਂ ਮੂੰਹ ਮੰਗੀਆਂ ਇੱਛਾਵਾਂ ਔਰ ਮਨ ਦੀ ਸਹਿਜ ਸ਼ਾਂਤੀ ਗੁਣਾਂ ਦੀ ਦਾਤ ਪ੍ਰਾਪਤ ਕੀਤੀ। ਆਓ ਅੱਗੇ ਆਉਂਦਾ ਪ੍ਰਸੰਗ ਸ਼ਰਵਣ ਕਰੀਏ ਜੀ। ਚਿੱਤ ਬਿਰਤੀ ਇਕਾਗਰ ਕਰੋ, ਧੰਨ ਗੁਰੂ ਅਰਜਨ ਦੇਵ ਸਾਹਿਬ ਸਤਿਗੁਰਾਂ ਨੂੰ ਹਿਰਦੇ ਵਸਾਈਏ। ਆਖਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕੁੱਲਾ ਭੁੱਲਾ ਝੰਜੂ ਦੋਏ। ਤੋ ਦੋ ਸਿੱਖ ਮਹਾਰਾਜ ਦੇ ਪਾਸ ਹੋਰ ਆਏ ਆ। ਭਾਈ ਕੁੱਲਾ ਨਾਮ ਇੱਕ ਦਾ ਨਾਮ ਭਾਈ ਭੁੱਲਾ ਹੈ ਅਤੇ ਝੰਜੂ ਇਹਨਾਂ ਦੀ ਜਾਤ ਗੋਤ ਹੈ। ਸੋਇਨੀ ਹੁਤੋ ਭਗੀਰਥ ਜੋਏ। ਇੱਕ ਭਗੀਰਥ ਨਾਮ ਦਾ ਸੋਇਨੀ ਜਾਤ ਦਾ ਗੁਰਮੁਖ ਪਿਆਰਾ ਹੈ। ਤੀਨਹ ਪ੍ਰਾਪਤ ਭੇ ਗੁਰ ਸ਼ਰਣੀ। ਇਹ ਤਿੰਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਪਾਸ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਪਹੁੰਚੇ ਹੈ। ਬੰਧਨ ਕੀਨ ਅਰਜ ਨਿਜ ਬਰਣੀ। ਮਹਾਰਾਜ ਨੂੰ ਮੱਥੇ ਟੇਕੇ ਨਮਸਕਾਰਾਂ ਕੀਤੀਆਂ ਅਤੇ ਹਜ਼ੂਰ ਨੂੰ ਹੱਥ ਬੰਨ੍ਹ ਕੇ ਆਪਣੀ ਹਿਰਦੇ ਦੀ ਜਿਹੜੀ ਇੱਛਾ ਹੈ ਅਰਦਾਸ ਰੂਪ ਵਿੱਚ ਆਖੀ ਹੈ। ਗੁਰੂ ਗਰੀਬ ਨਿਵਾਜ ਸੁਨੀਜੈ। ਇਹ ਗੁਰੂ ਪਾਤਸ਼ਾਹ ਜਾਂ ਪ੍ਰਕਾਸ਼ ਸਰੂਪ ਧੰਨ ਗੁਰੂ ਅਰਜਨ ਦੇਵ ਜੀ, ਇਹ ਗਰੀਬਾਂ ਨੂੰ ਨਿਵਾਜਣ ਵਾਲੇ ਸੱਚੇ ਪਾਤਸ਼ਾਹ ਕਿਰਪਾ ਕਰੋ। ਮਹਾਰਾਜ ਸਾਡੀ ਨਿਮਾਣਿਆਂ ਦੀ ਬੇਨਤੀ ਸੁਣੋ ਜੀ। ਹਮ ਕੋ ਦੁਖੀ ਵਿਸਾਲ ਜਨੀਜੈ। ਵੀ ਜਾਣ ਲਓ ਵੀ ਅਸੀਂ ਬਹੁਤ ਡਾਢੇ ਦੁਖੀ ਹਾਂ, ਦੁੱਖ ਦੇ ਮਾਰੇ ਤੁਹਾਡੇ ਪਾਸ ਆਏ ਹਾਂ। ਬਾਹ ਜੂਨਣ ਮਹਿ ਜਨਮਤ ਆਏ। ਦੁੱਖ ਕੀ ਆ ਸਾਨੂੰ
ਵੀ ਮਹਾਰਾਜ ਅਸੀਂ ਬੜੀਆਂ ਜੂਨਾਂ ਦੇ ਵਿੱਚੋਂ ਭਟਕਦੇ ਹੋਏ ਤੇ ਜੰਮਦੇ ਆਂ ਮਰਦੇ ਆਂ ਜੰਮਦੇ ਆਂ, ਜੂਨੀਆਂ ਭੋਗ ਭੋਗ ਕੇ ਇੱਥੇ ਮਨੁੱਖੇ ਜਾਮੇ ਵਿੱਚ ਆਏ ਹਾਂ। ਹੋਇਤ ਹੇਤ ਮ੍ਰਿਤਕ ਬਹੁ ਸੰਕਟ ਤੇ ਪਾਏ। ਮਹਾਰਾਜ ਮੌਤ ਹੋ ਜਾਂਦੀ ਹੈ, ਫਿਰ ਜੰਮ ਪੈਂਦੇ ਆ ਹੋਤ ਮ੍ਰਿਤਕ। ਮੌਤ ਜਦੋਂ ਹੁੰਦੀ ਹੈ ਫਿਰ ਬੜਾ ਸੰਕਟ ਦੁੱਖ ਪ੍ਰਾਪਤ ਹੁੰਦਾ ਹੈ। ਤੋ ਦੁੱਖ ਸਾਧ ਸੰਗੀ ਮੌਤ ਦਾ ਬਹੁਤ ਭੈੜਾ ਹੈ। ਪੁਰਾਣ ਜਿਹੜਾ ਹੈ ਉਹ ਕਹਿੰਦਾ ਹੈ, ਗਰੁੜ ਪੁਰਾਣ, ਕਿ 70,000 ਬਿੱਛੂ ਇਕੱਠਾ ਡੰਗ ਮਾਰੇ, ਇੰਨੀ ਤਕਲੀਫ ਸਰੀਰ ਨੂੰ ਆਉਂਦੀ ਜਦੋਂ ਪ੍ਰਾਣੀ ਚੜ੍ਹਾਈ ਕਰਦਾ। ਤੇ ਭਗਤ ਫਰੀਦ ਸਾਹਿਬ ਜੀ ਆਖਿਆ ਨਾ ਕਿ ਜਿੰਦ ਨਿਮਾਣੀ ਕੱਢੀਐ ਹੱਡਾਂ ਕੂੰ ਕੜਕਾਏ। ਜਦੋਂ ਇਹ ਜਿੰਦ ਕੱਢੀ ਜਾਂਦੀ ਖਾਲਸਾ ਜੀ, ਫਿਰ ਸਾਰੇ ਹੱਡ ਮਨ ਇੱਕੋ ਵਾਰੀ ਭੰਨ ਦਿੱਤੇ ਹੋਣ, ਸਰੀਰ 'ਚੋਂ ਜਿੰਦ ਕੜਕਾ ਕੜਕਾ ਕੇ ਕੱਢਦੇ ਆ। ਆਪਾਂ ਇੱਥੇ ਕਹਿ ਦਿੰਦੇ ਵੀ ਨਹੀਂ ਖਰੇ ਫਲਾਣਾ ਸੌਖਾ ਹੀ ਸੌਖਾ ਸੁਖਾ ਕੋਈ ਨਹੀਂ ਖਾਲਸਾ ਜੀ ਚੜ੍ਹਾਈ ਕਰਦਾ। ਉਹ ਇੰਨਾ ਜ਼ਰੂਰ ਹੁੰਦਾ ਵੀ ਬਿਰਤੀ ਕਈਆਂ ਦੀ ਐਸੀ ਹੁੰਦੀ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਕਈਆਂ ਦੀ ਬਿਰਤੀ ਹੋ ਜਾਂਦੀ ਹੈ ਵੀ ਉਹ ਦੁੱਖ ਨੂੰ ਦੁੱਖ ਮੰਨਦੇ ਨਹੀਂ, ਨਾ ਲੱਗਦਾ ਹੈ, ਕਿਉਂਕਿ ਬਾਣੀ ਦਾ ਪਹਿਰਾ ਹੁੰਦਾ। ਅਤੇ ਇਸ ਤਰ੍ਹਾਂ ਕਮਾਈ ਵਾਲੇ ਤਾਂ ਚੜ੍ਹਾਈ ਕਰਨ ਸਮੇਂ ਕੋਈ ਬਹੁਤੀ ਤਕਲੀਫਾਂ ਨਹੀਂ, ਅਤੇ ਮਨਮੁਖ ਤਾਂ ਖਾਲਸਾ ਜੀ ਜਿਹੜੇ ਵੈ ਬੇਮੁਖ ਲੋਕ, ਉਹ ਫਿਰ ਜਿਵੇਂ ਕੱਚਾ ਨਾਰੀਅਲ ਨਹੀਂ ਨਾ ਛੱਡਦਾ ਗਿਰੀ, ਉਵੇਂ ਫਿਰ ਉਹ ਆਤਮਾ ਅਤੇ ਸਰੀਰ ਇੱਕ ਦੂਜੇ ਤੋਂ ਵੱਖ ਨਹੀਂ ਹੁੰਦੇ, ਫਿਰ ਬਹੁਤ ਔਖੇ ਹੁੰਦੇ ਹੈ। ਤੋ ਕਹਿੰਦੇ ਮਹਾਰਾਜ ਜੀ ਅਸੀਂ ਬੜੇ ਜਨਮਾਂ ਦੇ ਦੁੱਖ ਪ੍ਰਾਪਤ ਕਰਦੇ ਹਾਂ, ਜੰਮ ਜਾਂਦੇ ਹਾਂ ਮਰ ਜਾਂਦੇ ਹਾਂ ਫਿਰ ਜੰਮਦੇ, ਅਤੇ ਜੰਮਣ ਦਾ ਦੁੱਖ ਵੀ ਖਾਲਸਾ ਜੀ ਬਹੁਤ ਭਾਰੀ ਹੈ। ਜੰਮਣ ਦਾ ਦੁੱਖ ਵੀ ਹੈ, ਮਰਨ ਦਾ ਵੀ ਬੜਾ ਦੁੱਖ ਹੈ। ਜਬ ਪ੍ਰਾਨੀ ਕੇ ਨਿਕਸਹਿ ਪ੍ਰਾਨ। ਸਤਿਗੁਰੂ ਜੀ ਜਦੋਂ ਪ੍ਰਾਣੀ ਦੇ ਪ੍ਰਾਣ ਨਿਕਲਦੇ ਸਰੀਰ ਦੇ ਵਿੱਚੋਂ, ਵੱਡ ਦੁੱਖ ਪਾਏ ਨਾ ਅਪਰ ਸਮਾਨ। ਤੇ ਐਡਾ ਦੁੱਖ ਹੁੰਦਾ ਹੈ ਵੀ ਹੋਰ ਕੋਈ ਦੁੱਖ ਇਸ ਸਮੇਂ ਦੇ ਦੁੱਖ ਤੋਂ ਵੱਧ ਨਹੀਂ ਹੁੰਦਾ ਹੈ। ਅਬ ਆਏ ਹਮ ਸ਼ਰਨ ਤੁਮਾਰੀ। ਤੇ ਇਸ ਤਰ੍ਹਾਂ ਮਹਾਰਾਜ ਹੁਣ ਤੁਹਾਡੇ ਅਸੀਂ ਸ਼ਰਨ ਵਿੱਚ ਆਏ ਹਾਂ, ਤੁਹਾਡੀ ਹਜ਼ੂਰੀ ਵਿੱਚ ਇਸ ਲਈ ਆਏ ਹਾਂ। ਮਹਾ ਕਸ਼ਟ ਤੇ ਲਿਹੋ ਉਬਾਰੀ। ਕਿਰਪਾ ਕਰੋ ਸਾਨੂੰ ਮਹਾਰਾਜ ਜੀ ਇਸ ਮਹਾਨ ਦੁੱਖ ਤੋਂ, ਜੰਮਣ ਤੋਂ ਤੇ ਮਰਨ ਤੋਂ ਉਭਾਰ ਲਓ, ਕੱਢ ਲਓ ਸਤਿਗੁਰੂ ਜੀ। ਕਿਰਪਾ ਕਰਹਾ ਹਮ ਪਰ ਅਬ ਐਸੇ। ਸਾਡੇ ਤੇ ਇਹੋ ਜੀ ਕੋਈ ਆਪ ਜੀ ਦਇਆ ਕਰ ਦੇਵੋ, ਜਨਮ ਮਰਨ ਪੁਨ ਪਾਏ ਨ ਕੈਸੇ। ਜਿਹਦੇ ਨਾਲ ਅਸੀਂ ਜੰਮੀਏ ਮਰੀਏ ਨਾ। ਕੋਈ ਇਹੋ ਜੀ ਦਇਆ ਕਰੋ ਵੀ ਸਾਡਾ ਜੰਮਣ ਮਰਨ ਕੱਟਿਆ ਜਾਵੇ। ਸ਼੍ਰੀ ਮੁਖ ਤੇ ਉਚਰਿਓ ਬਨ ਬਨ ਗੁਰਮੁਖ। ਤੇ ਗਰੀਬ ਨਵਾਜ ਸਤਿਗੁਰਾ ਫਿਰ ਮੁਖਾਰ ਬਿੰਦ ਤੋਂ ਆਖਿਆ, ਜੇ ਭਾਈ ਜੰਮਣ ਤੇ ਮਰਨ ਦਾ ਦੁੱਖ ਤੋਂ ਛੁਟਕਾਰਾ ਚਾਹੁੰਦੇ ਹੋ ਤੇ ਫਿਰ ਗੁਰਮੁਖ ਬਣ ਜਾਣਾ ਚਾਹੀਦਾ ਹੈ। ਤਿਆਗਹ ਕਰਮ ਜੋ ਕਰਤੇ ਮਨਮੁਖ। ਤੇ ਮਨਮੁਖਾਂ ਵਾਲੇ ਜਿਹੜੇ ਕਰਮ, ਜਿਹੜੇ ਮਨਮੁਖ ਲੋਕ ਕੋਈ ਕਰਦੇ ਆ ਕਰਮ, ਉਹ ਛੱਡ ਦਿਓ। ਮਨਮੁਖਾਂ ਵਾਲੇ ਕੰਮ ਛੱਡ ਕੇ ਗੁਰਮੁਖਾਂ ਵਾਲੀ ਕਰਨੀ ਧਰਨੀ ਚਾਹੀਦੀ ਹੈ। ਪੁਨ ਪੁੱਛਿਓ ਸਭ ਭੇਦ ਭੇਦ ਬਤਾਵੋ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਫਿਰ ਜਦੋਂ ਦੱਸਿਆ ਤੇ ਇਹ ਕਹਿਣ ਲੱਗੇ, ਮਹਾਰਾਜ ਸਾਨੂੰ ਸਮਝ ਨਹੀਂ ਲੱਗੀ, ਗੁਰਮੁਖ ਤੇ ਮਨਮੁਖ ਬਾਬਤ ਸਾਨੂੰ ਖੋਲ ਕੇ ਭੇਦ ਸਮਝਾ ਦਿਓ ਜੀ। ਗੁਰਮੁਖ ਮਨਮੁਖ ਕਹਿ ਸਮਝਾਵੋ। ਵੀ ਗੁਰਮੁਖ ਕਿਹੋ ਜਿਹੇ ਹੁੰਦੇ ਆ, ਉਹਨਾਂ ਦੇ ਲੱਛਣ ਕੀ ਆ, ਮਨਮੁਖ ਕੀ ਹੁੰਦੇ ਆ, ਉਹਨਾਂ ਦੇ ਲੱਛਣ ਕੀ ਹੁੰਦੇ ਆ। ਸ਼੍ਰੀ ਮੁਖ ਤੇ ਫੁਰਮਾਵਨ ਕੀਨ। ਤੋ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਇਹਨਾਂ ਦੀ ਬੇਨਤੀ ਸਰਵਣ ਕਰ। ਸ਼੍ਰੀ ਮੁਖ ਤੋਂ ਇਸ ਤਰ੍ਹਾਂ ਆਖਿਆ ਹੈ, ਗੁਰਮੁਖ ਮਨਮੁਖ ਦਵੈ ਬਿਦ ਤੀਨ। ਮਹਾਰਾਜ ਕਹਿੰਦੇ ਦੋਵੇਂ, ਇੱਕ ਗੁਰਮੁਖ ਤੇ ਮਨਮੁਖ, ਇਹ ਤਿੰਨ ਤਿੰਨ ਤਰ੍ਹਾਂ ਦੇ ਹੁੰਦੇ ਆ। ਤਿੰਨ ਤਰ੍ਹਾਂ ਦੇ ਗੁਰਮੁਖ ਹੁੰਦੇ ਆ, ਤਿੰਨ ਤਰ੍ਹਾਂ ਦੇ ਮਨਮੁਖ ਹੁੰਦੇ ਹਨ। ਇੱਕ ਗੁਰਸੁਖ ਗੁਰਮੁਖ ਤਰ ਦੂਜੋ। ਨਹੀਂ, ਗੁਰਮੁਖੀ ਪਾਠ ਆਏ। ਇੱਕ ਗੁਰਮੁਖ, ਇੱਕ ਤਾਂ ਸਹਿਜੇ ਸਧਾਰਨ ਗੁਰਮੁਖ ਹੁੰਦੇ ਆ, ਦੂਜੇ ਗੁਰਮੁਖ ਤਰ ਅਖਵਾਉਂਦੇ ਹਨ। ਗੁਰਮੁਖ ਤਾਮ ਨੀਕੋ ਲਖ ਤੀਜੋ। ਤੇ ਤੀਜਾ ਸਭ ਤੋਂ ਉੱਤਮ ਹੈ ਗੁਰਮੁਖ ਤਾਮ। ਵੀ ਇੱਕ ਗੁਰਮੁਖ ਹੈ, ਇੱਕ ਵਿਚਕਾਰਲੇ ਦਰਜੇ ਦੇ ਗੁਰਮੁਖ ਤਰ ਹੁੰਦੇ ਆ।
ਇੱਕ ਮਹਾਰਾਜ ਕਹਿੰਦੇ ਗੁਰਮੁਖ ਤਮ ਅਖਵਾਉਂਦੇ ਆ, ਸਭ ਤੋਂ ਸ਼੍ਰੇਸ਼ਟ ਹੁੰਦੇ ਹਨ। ਪੀਠ ਕੁਕਰਮਨ ਕੋ ਜਿਨ ਦੀਨ, ਜਿਨ੍ਹਾਂ ਨੇ ਖੋਟੇ ਕਰਮਾਂ ਨੂੰ ਪਿੱਠ ਦਿੱਤੀ ਹੋਈ ਹੈ, ਕੰਡ ਕੀਤੀ ਹੋਈ ਹੈ, ਮਾੜੇ ਕੰਮਾਂ ਤੇ ਖੋਟੇ ਕਰਮਾਂ ਵੱਲ ਝਾਕਦੇ ਨਹੀਂ ਹੈ, ਗੁਰੂ ਬਚਨ ਸਨਮੁਖ ਮੁਖ ਕੀਨ, ਤੇ ਗੁਰੂ ਕੇ ਬਚਨਾਂ ਨੂੰ ਮੁੱਖ ਕੀਤਾ ਹੋਇਆ ਹੈ, ਵੀ ਗੁਰੂ ਦੇ ਬਚਨਾਂ ਨੂੰ ਮੋਹਰੀ ਰੱਖ ਕੇ ਆਪਦੇ ਸਤਿਗੁਰੂ ਵੱਲ ਮੂੰਹ ਕਰਕੇ ਰੱਖਦੇ ਆ। ਕੋ ਤਿਨ ਸੋ ਜੇ ਕਰਹਿ ਚੰਗਿਆਈ, ਤੇ ਉਹ ਗੁਰਮੁਖ ਜਿਹੜੇ ਆ ਉਹਨਾਂ ਨਾਲ ਜੇ ਕੋਈ ਚੰਗਿਆਈ ਕਰੇ ਉਹਨਾਂ ਦਾ ਭਲਾ ਕਰ ਦਿੰਦਾ ਜੇ। ਸਾਧ ਜਾਣਹਿ ਤਿਸ ਕੀ ਭਲਿਆਈ, ਉਹ ਭੁਲਾਉਂਦੇ ਨਹੀਂ ਤੇ ਸਦਾ ਜਾਣਦੇ ਵੀ ਇਹਨੇ ਨੇ ਮੇਰੇ ਤੇ ਪਰਉਪਕਾਰ ਕੀਤਾ ਹੈ ਤੇ ਮੈਂ ਵੀ ਇਹਦਾ ਸਦਾ ਭਲਾ ਕਰਨਾ ਹੈ। ਚੇਤਨਾ ਵਿਸਾਰਹਿ ਚਾਹੇ ਉਪਕਾਰਾ, ਤੇ ਉਹ ਚਿੱਤ ਦੇ ਵਿੱਚੋਂ ਕਦੇ ਭੁਲਾਉਂਦੇ ਨਹੀਂ ਕਿਸੇ ਦਾ ਕੀਤਾ ਹੋਇਆ ਪਰਉਪਕਾਰ। ਗੁਰਮੁਖ ਜਿਹੜੇ ਆ ਉਹ ਚਿੱਤ ਤੋਂ ਭੁਲਾਉਂਦੇ ਨਹੀਂ ਤੇ ਉਹਦੇ ਉੱਪਰ ਪਰਉਪਕਾਰ ਕਰਨ ਦੀ ਸੋਚਦੇ ਵੀ ਕਿਸੇ ਸਮੇਂ ਇਹਨੇ ਮੇਰਾ ਭਲਾ ਕੀਤਾ ਤੇ ਮੈਂ ਇਹਦਾ ਮੁੱਲ ਜ਼ਰੂਰ ਮੋੜਾਂਗਾ, ਇਹਦਾ ਕੀਤਾ ਹੋਇਆ ਅਹਿਸਾਨ ਮੈਂ ਜ਼ਰੂਰ ਉਤਾਰਾਂਗਾ। ਇਸ ਕਰਕੇ ਦੂਜੇ ਦਾ ਭਲਾ ਲੋਚਦੇ ਆ। ਸਭ ਕੋ ਭਲਾ ਕਰੈ ਇੱਕ ਸਾਰਾ, ਤੇ ਸਾਰਿਆਂ ਦਾ ਭਲਾ ਇਕਸਾਰ ਇੱਕੋ ਜਿਹਾ ਦੂਜਿਆਂ ਦਾ ਵੀ ਭਲਾ ਸੋਚਦੇ ਹਨ। ਇਹੋ ਗੁਰਮੁਖ ਕੇ ਲਖੀਐ ਲੱਛਣ, ਇਸ ਲਈ ਭਾਈ ਭਗੀਰਥ ਇਹ ਜਾਣ ਲਓ ਵੀ ਇਹ ਗੁਰਮੁਖ ਦੇ ਲੱਛਣ ਹੁੰਦੇ ਹਨ। ਸੁਣ ਗੁਰਮੁਖ ਤਰ ਜਥਾ ਵਿਚਛਣ, ਤੇ ਫਿਰ ਇਸ ਤੋਂ ਅੱਗੇ ਇੱਕ ਗੁਰਮੁਖ ਜਿਹਨੂੰ ਗੁਰਮੁਖ ਤਰ ਕਹਿੰਦੇ ਆ, ਥੋੜਾ ਉੱਚੇ ਦਰਜੇ ਦੇ ਗੁਰਮੁਖ ਹੁੰਦੇ ਆ। ਉਹ ਗੁਰਮੁਖ ਤਰ ਉਹਨਾਂ ਦੇ ਜਿਹੋ ਜਿਹੇ ਲੱਛਣ ਹੁੰਦੇ ਆ ਉਹ ਵੀ ਸੁੰਦਰ ਲੱਛਣ ਤੂੰ ਸੁਣਨੇ ਕਰ ਹੇ ਪਿਆਰੇ। ਤਿਆਗ ਕੁਕਰਮਨ ਕੋ ਉਰ ਧਾਰਾ, ਜਿਨ੍ਹਾਂ ਨੇ ਕੁਕਰਮ ਖੋਟੇ ਵਿਸ਼ਿਆਂ ਵਕਾਰਾਂ ਦਾ ਤਿਆਗ ਹਿਰਦੇ ਵਿੱਚ ਧਾਰਿਆ ਹੋਇਆ, ਵੀ ਇਹ ਪ੍ਰਣ ਕੀਤਾ ਹੋਇਆ ਵੀ ਅਸੀਂ ਆਪਦੇ ਜੀਵਨ ਵਿੱਚ ਖੋਟਾ ਕੋਈ ਕੰਮ ਨਹੀਂ ਕਰਾਂਗੇ। ਬ੍ਰਿੰਦ ਸੁਕਰਮਣ ਅੰਗੀਕਾਰਾ, ਤੇ ਖੋਟੇ ਕਰਮਾਂ ਨੂੰ ਛੱਡ ਕੇ ਸਾਰੇ ਸ਼੍ਰੇਸ਼ਟ ਕਰਮ, ਕੋਈ ਦਇਆ ਕਰਨੀ, ਜਪ ਕਰਨਾ, ਤਪ ਕਰਨਾ, ਦਾਨ ਕਰਨਾ, ਦੂਜੇ ਦਾ ਭਲਾ ਕਰਨਾ, ਸੱਚ ਬੋਲਣਾ, ਇਸ ਤਰ੍ਹਾਂ ਦੇ ਸ਼੍ਰੇਸ਼ਟ ਕਰਮਾਂ ਨੂੰ ਅੰਗੀਕਾਰ ਕੀਤਾ ਹੋਇਆ ਹੈ, ਧਾਰਨਾ ਕੀਤਾ ਹੈ। ਜੋ ਕਾਰਜ ਕਿਸ ਕੋ ਹੋਏ ਸਾਕਾ ਹੈ, ਤੇ ਜੇ ਉਹਨਾਂ ਦੇ ਕਹਿਣ ਨਾਲ ਜਾਂ ਉਹਨਾਂ ਦੇ ਕਿਸੇ ਬੋਲਣ ਨਾਲ ਕਿਸੇ ਦਾ ਕੰਮ ਸਿਰੇ ਚੜ੍ਹਦਾ ਹੈ, ਕਿਸੇ ਦਾ ਕਾਰਜ ਸਫਲਾ ਹੁੰਦਾ ਹੈ, ਕਰਹਿ ਭਲੋ ਖੋਟੋ ਨਹਿ ਤਾਕਾ ਹੈ, ਤੇ ਫਿਰ ਉਹਦਾ ਇਹ ਭਲਾ ਕਰਦੇ ਆ ਵੀ ਜੇ ਇਹਨਾਂ ਨੂੰ ਲੱਗੇ ਵੀ ਸਾਡੇ ਕਹਿਣ ਨਾਲ ਕਿਸੇ ਦਾ ਕਾਰਜ ਸਵਰਦਾ ਹੈ ਤੇ ਉਹਦਾ ਫਿਰ ਭਲਾ ਕਰਦੇ ਆ, ਕਿਸੇ ਦਾ ਮਾੜਾ ਨਹੀਂ ਤੱਕਦੇ ਜਿਹੜੇ ਗੁਰਮੁਖ ਤਰ ਹੁੰਦੇ ਆ। ਜੋ ਨਰ ਆਪਨ ਕਰਹਿ ਅਪਕਾਰਾ, ਤੇ ਜੇ ਕੋਈ ਮਨੁੱਖ ਇਹਨਾਂ ਤੇ ਪਰਉਪਕਾਰ ਕਰ ਦਿੰਦਾ, ਇਹਨਾਂ ਦੇ ਨਾਲ ਅਪਕਾਰਾ ਵਾਹਿਗੁਰੂ ਬੁਰਿਆਈ ਕਰਦਾ, ਜੇ ਕੋਈ ਮਨੁੱਖ ਗੁਰਮੁਖ ਤਰ ਦੇ ਨਾਲ ਬੁਰਾ ਕਰੇ, ਉਹਦਾ ਮਾੜਾ ਕਰੇ, ਉਹਦਾ ਨੁਕਸਾਨ ਕਰਦਾ ਹੈ, ਤਿਸ ਪਰ ਇਹ ਠਾਨਹਿ ਉਪਕਾਰਾ, ਤੇ ਇਹ ਉਹਦੇ ਤੇ ਵੀ ਪਰਉਪਕਾਰ ਕਰਦੇ ਆ। ਵੀ ਜੇ ਕਿਸੇ ਨੇ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਤੋ ਇਹੋ ਜਿਹੇ ਗੁਰਮੁਖ ਤਰ ਜੇ ਇਹਨਾਂ ਦਾ ਕੋਈ ਨੁਕਸਾਨ ਕਰਦਾ ਹੈ, ਇਹ ਉਲਟਾ ਉਸੇ ਦਾ ਭਲਾ ਕਰਦੇ ਹਨ। ਹਿਰਦੈ ਵਿਸਾਰਹਿ ਸਕਲ ਖੁਟਾਈ, ਤੇ ਮਨ ਦੀ ਸਾਰੀ ਖੁਟਿਆਈ ਛੱਡੀ ਹੁੰਦੀ ਹੈ, ਮਨ ਦਾ ਢਿੱਡ ਦਾ ਕੋੜ ਜਿਹੜਾ ਨਾ ਉਹਨਾਂ ਨੇ ਗਵਾਇਆ ਹੁੰਦਾ ਹੈ। ਸਹਿਜ ਸੁਭਾਇਕ ਹੋਏ ਭਲਾਈ, ਤੇ ਉਹਨਾਂ ਦਾ ਸੁਭਾਅ ਹੀ ਸਹਿਜ ਬਣ ਜਾਂਦਾ ਹੈ ਵੀ ਜਦੋਂ ਵੀ ਹੁੰਦੀ ਉਹਨਾਂ ਤੋਂ ਭਲਾਈ ਹੁੰਦੀ ਹੈ। ਮਾੜਾ ਕੰਮ ਕਰਨਾ ਕੋਈ ਆਉਂਦਾ ਹੀ ਨਹੀਂ ਹੈ, ਜੋ ਕਰਦੇ ਉਹ ਭਲਾ ਹੀ ਕਰਦੇ ਹੈ। ਸੁਤੇ ਸਿੱਧ ਸੁਭਾਅ ਬਣਿਆ ਹੁੰਦਾ ਵੀ ਜਦੋਂ ਕਰਦੇ ਹੈ ਉਹ ਚੰਗਾ ਕੰਮ ਹੀ ਕਰਦੇ ਹੈ, ਦੂਜਿਆਂ ਦੀ ਭਲਾਈ ਹੁੰਦੀ, ਮੁਖੋਂ ਕਿਸੇ ਦੀ ਨਿੰਦਿਆ ਨਹੀਂ, ਸੋਭਾ ਹੀ ਉਚਾਰਦੇ ਹਨ। ਆਬੋ ਸੁਣ ਮਨਮੁਖ ਕੀ ਬਿਦ ਤੀਨ, ਤੋ ਇਸ ਤਰ੍ਹਾਂ ਜਿਹੜਾ ਵੈ ਸੁਣਿਆ ਆਪ ਗੁਰਮੁਖ ਤਮ ਕੇ ਸੁਣ ਲੱਛਣ, ਧਿਆਨ ਦੇ ਨਾ ਕਿਤੇ ਸੌਂ ਗਿਆ। ਤੋ ਇਸ ਤਰ੍ਹਾਂ ਫਿਰ ਸਤਿਗੁਰਾਂ ਨੇ ਆਖਿਆ ਕਿ ਹੁਣ ਤਮ ਜਿਹੜਾ ਹੁੰਦਾ ਹੈ ਗੁਰਮੁਖ, ਤਮ ਗੁਰਮੁਖ ਦੇ ਲੱਛਣ ਸੁਣਨੇ ਕਰ। ਗਿਆਨ ਸੰਪੰਨ ਵਿਸਾਲ ਵਿਚਛਣ, ਉਹ ਗਿਆਨ ਵਿੱਚ ਸੰਪੰਨ ਹੁੰਦੇ ਆ, ਵੀ ਗਿਆਨ ਦੇ ਵਿੱਚ ਐਨ ਪੂਰੇ ਸੂਰੇ ਪ੍ਰਬੀਨ ਸਿਆਣੇ ਹੁੰਦੇ ਆ, ਤੇ ਨਾਲ ਹੀ ਜਿਹੜਾ ਹੈ ਉਹ ਵਿਸਾਲ ਵਿਚਛਣ ਬਹੁਤ ਚਤੁਰ ਹੁੰਦੇ ਆ, ਸਿਆਣੇ ਹੁੰਦੇ ਹਨ। ਆਤਮ ਰੂਪ ਜਥਾਪਤ ਜਾਨਾ, ਤੇ ਜਥਾ ਆਤਮਾ ਦਾ ਰੂਪ ਹੁੰਦਾ ਹੈ, ਵਤ ਉਸੇ ਤਰ੍ਹਾਂ ਦੀ ਉਹਨਾਂ ਜਾਣਿਆ ਹੁੰਦਾ ਵੀ ਉਹ ਆਤਮ ਦੇ ਗਿਆਨੀ ਹੁੰਦੇ ਆ,
ਵੀ ਇੱਕ ਤਾਂ ਗੁਰਮੁਖ ਹੈ ਜਿਹੜਾ ਇਹਨਾਂ ਦਾ ਭਲਾ ਕਰੇ ਉਹਦਾ ਭਲਾ ਕਰਦੇ ਹੈ, ਇੱਕ ਗੁਰਮੁਖ ਤਰ ਹੁੰਦੇ ਹੈ ਜਿਹੜੇ ਕੋਈ ਮਾੜਾ ਵੀ ਕਰੇ ਉਹਦਾ ਵੀ ਭਲਾ ਕਰਦੇ ਆ, ਇੱਕ ਗੁਰਮੁਖ ਮਹਾਰਾਜ ਕਹਿੰਦੇ ਤਮ ਹੁੰਦੇ ਆ, ਉੱਚੇ ਦਰਜੇ ਦੇ ਗੁਰਮੁਖ ਉੱਤਮ ਸ਼੍ਰੇਸ਼ਟ ਇਹੋ ਜਿਹੇ ਆ ਵੀ ਇਹ ਕੋਈ ਸਧਾਰਨ ਨਹੀਂ ਹੁੰਦੇ, ਇਹਨਾਂ ਨੇ ਆਤਮਾ ਦਾ ਗਿਆਨ ਕੀਤਾ ਹੁੰਦਾ। ਆਤਮਾ ਜਿਹੋ ਜਿਹੀ ਹੈ ਉਹ ਜਿਹੋ ਜਿਹਾ ਉਹਨਾਂ ਦਾ ਆਪਣਾ ਸਵੈੰ ਸਰੂਪ ਹੈ ਉਹਨੂੰ ਚੰਗੀ ਤਰ੍ਹਾਂ ਜਾਣਿਆ ਹੁੰਦਾ ਹੈ। ਜਿਸ ਪ੍ਰਕਾਰ ਸਤਿਗੁਰੂ ਬਖਾਨਾ, ਜਿਹੋ ਜਿਹਾ ਉਹਨਾਂ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਦੱਸਿਆ ਹੁੰਦਾ ਹੈ। ਜਗ ਵਿਚਿਤ੍ਰਤਾ ਨਿਸ਼ਚੈ ਨਾਹੀ, ਤੇ ਜਗ ਦਾ ਜਿਹੜਾ ਨਾਨਾਪੁਣਾ ਹੈ ਵੀ ਆਪਾਂ ਨੂੰ ਦਿਸਦਾ ਨਾ ਵੀ ਆ ਗੋਰਾ ਹੈ ਕਾਲਾ ਹੈ, ਜਗ ਵਿੱਚ ਆਪਾਂ ਨੂੰ ਫਰਕ ਦਿਸਦੇ ਆ, ਜਿਹੜਾ ਸੰਸਾਰ ਵਿੱਚ ਨਾਨਾਪੁਣਾ ਦਿਸਦਾ ਫਰਕ ਦਿਸਦਾ ਹੁੰਦਾ ਹੈ। ਜਗ ਵਿਚਿਤ੍ਰਤਾ ਨਿਸ਼ਚੈ ਨਾਹੀ, ਉਹਨਾਂ ਨੇ ਨਿਸ਼ਚੇ ਕਰਕੇ ਉਹਦੇ ਵਿੱਚੋਂ ਮਤਲਬ ਨਾਹੀ ਹੋਏ ਹੁੰਦੇ ਆ। ਉਹਨਾਂ ਦਾ ਮਨ ਜਿਹੜਾ ਨਾ ਉਹ ਨਾਨਾਪੁਣਾ ਨਹੀਂ ਵੇਖਦਾ ਵੀ ਅਸੀਂ ਜਿਵੇਂ ਵੇਖਦੇ ਹਾਂ ਵੀ ਆ ਇੱਕ, ਕਿਉਂਕਿ ਦੋ ਪੱਖ ਸੰਸਾਰ 'ਤੇ ਹੈ ਵੀ ਆ ਚੰਗਾ ਹੈ ਆ ਮਾੜਾ ਹੈ, ਆ ਵੱਡਾ ਆ ਛੋਟਾ ਆ, ਗਰੀਬ ਹੈ ਅਮੀਰ ਹੈ, ਧਨ ਵਾਲਾ ਆ ਨੰਗ ਮਲੰਗ ਹੈ, ਆਪਾਂ ਸਾਰੇ ਹੀ ਆ ਉਹ ਦੋ ਪੱਖ ਵੇਖਦੇ ਦਿਸਦੇ ਹੀ ਰਹਿੰਦੇ ਆ ਸਦਾ ਵੀ ਇਹ ਆ ਗੁਣੀ ਆ ਔਗਣੀ ਆ, ਸੱਚਾ ਆ ਝੂਠਾ। ਉਹ ਦੋ ਪੱਖ ਉਹਨਾਂ ਨੂੰ ਨਹੀਂ ਦਿਸਦੇ, ਉਹਨਾਂ ਨੂੰ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਭੈ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ, ਏਕਲ ਮਾਟੀ ਕੁੰਜਰ ਚੀਟੀ ਭਾਂਜਨ ਹੈ ਬਹੁ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ, ਏਕਲ ਚਿੰਤਾ ਰਾਖ ਅਨੰਤਾ ਔਰ ਤਰਹ ਸਭ ਆਸਾ ਰੇ, ਪ੍ਰਣਵੇ ਨਾਮਾ ਭੈ ਨੇ ਕਾਮਾ ਕੋ ਠਾਕੁਰ ਕੋ ਦਾਸਾ ਰੇ। ਇਹ ਉਹਨਾਂ ਦੀ ਬਿਰਤੀ ਹੁੰਦੀ ਹੈ। ਏਕ ਰੂਪ ਲਖੀਅਤ ਸਭ ਮਾਹੀ, ਉਹਨਾਂ ਨੂੰ ਸਾਰਿਆਂ ਦੇ ਵਿੱਚ ਬਸ ਸਭ ਮਹਿਜੋਤ ਜੋਤ ਹੈ ਸੋਏ, ਕੱਲਾ ਪਰਮੇਸ਼ਰ ਦਿਸਦਾ ਹੈ, ਨਾ ਕਿਸੇ ਦਾ ਗੁਣ ਦਿਸਦਾ ਹੈ ਨਾ ਕਿਸੇ ਦਾ ਔਗੁਣ ਦਿਸਦਾ ਹੈ, ਸਾਰੇ ਸੰਸਾਰ ਨੂੰ ਬ੍ਰਹਮ ਪਰਮੇਸ਼ਰ ਦਾ ਰੂਪ ਕਰਕੇ ਵੇਖਦੇ ਆ। ਅਬ ਸੁਣ ਮਨ ਮੁਖ ਕੀ ਬਿਦ ਤੀਨ, ਇਹ ਮਹਾਰਾਜ ਨੇ ਤਿੰਨ ਲੱਛਣ ਦੱਸੇ ਹੈ, ਇੱਕ ਗੁਰਮੁਖ ਹੈ, ਗੁਰਮੁਖ ਤਾਰ ਹੈ, ਤੀਜੇ ਗੁਰਮੁਖ ਧਮ ਹੈ। ਹੁਣ ਹਜ਼ੂਰ ਦੱਸਦੇ ਆ ਕਿ ਭਾਈ ਭਗੀਰਥ ਹੈ ਭਾਈ ਕੁੱਲਾ ਜੀ ਅੱਗੇ ਸੁਣੋ ਵੀ ਮਨਮੁਖ ਜਿਹੜੇ ਤਿੰਨ ਤਰ੍ਹਾਂ ਦੇ ਹੁੰਦੇ ਆ। ਕਿਨ ਜੇ ਤਿੰਨ ਸੰਗਨੀ ਕੀ ਕੀਨ, ਇੱਕ ਮਨਮੁਖ ਹੁੰਦੇ ਆ ਵੀ, ਤੇ ਜਿਹੜੇ ਮਨਮੁਖ ਹੈ ਜੇ ਕਿਸੇ ਨੇ ਮਨਮੁਖ ਦੇ ਨਾਲ ਚੰਗੀ ਕੀਤੀ, ਜੇ ਕਿਤੇ ਉਹਦਾ ਭਲਾ ਕਰ ਦਿੱਤਾ ਕਿਸੇ ਨੇ, ਸੋ ਵਿਸਾਰ ਠਨ ਹੈ ਬੁਰਿਆਈ, ਉਹ ਛੱਡ ਦਿੰਦਾ ਉਹਦਾ ਕੀਤਾ ਭਲਾ ਭੁੱਲ ਜਾਂਦਾ, ਅਕਿਰਤ ਕਣ ਹੁੰਦਾ, ਕੀਤੇ ਹੋਏ ਪਰਉਪਕਾਰ ਨੂੰ ਭੁੱਲ ਕੇ ਤੇ ਉਹਦੀ ਬੁਰਿਆਈ ਕਰਦਾ ਹੈ, ਉਹਦਾ ਫਿਰ ਵੀ ਮਾੜਾ। ਇਹਦੇ ਨਾਲ ਕੋਈ ਜਿੰਨਾ ਮਰਜ਼ੀ ਚੰਗਾ ਕਰੀ ਜਾਵੇ ਫਿਰ ਵੀ ਇਹ ਉਸ ਦਾ ਬੁਰਾ ਕਰਦਾ ਹੈ, ਉਹਦਾ ਮਾੜਾ ਤੱਕਦਾ ਹੈ। ਕਿਹ ਸੰਗ ਭਲੋ ਨ ਕਰਹਿ ਕਦਾਈ, ਤੇ ਮਨਮੁਖ ਲੋਕ ਕਦੇ ਕਿਸੇ ਨਾਲ ਚੰਗੀ ਨਹੀਂ ਕਰਦੇ, ਜਿਹਦੇ ਨਾਲ ਕਰਦੇ ਬੁਰਾਈ ਕਰਦੇ ਹਨ, ਕਿਸੇ ਦਾ ਢਿੱਡੋਂ ਭਲਾ ਨਹੀਂ ਮੰਗਦੇ ਆ। ਜਿਸਨੇ ਮਨ ਹੀ ਕੋ ਸੁਖ ਮੁਖ ਕੀਨ, ਜੇ ਉਹਨੇ ਮਨ ਨੂੰ ਮੁਖ ਕੀਤਾ ਹੁੰਦਾ, ਮਹਾਰਾਜ ਕਹਿੰਦੇ ਮਨ ਮੁਖ ਉਹ ਹੈ ਜਿਹਨੇ ਮਨ ਨੂੰ ਮੋਹਰੀ ਕੀਤਾ ਹੋਇਆ, ਮੇਰਾ ਮਨ ਐਂ ਕਹਿੰਦਾ, ਮੇਰਾ ਮਨ ਇਸ ਤਰ੍ਹਾਂ ਕਹਿੰਦਾ। ਬਾਣੀ ਪੜ੍ਹ ਲਓ ਜੀ, ਮਨ ਨਹੀਂ ਕਰਦਾ ਤੇ ਵਿਸ਼ੇ ਭੋਗਣ ਨੂੰ ਤਾਂ ਮਨ ਕਰੀ ਜਾਂਦਾ ਰਹਿੰਦਾ, ਤੂੰ ਮਨ ਨੂੰ ਉਲਟਾ ਰੋਕਦੇ ਨਹੀਂ, ਮਨ ਨੂੰ ਮੋਹਰੀ ਕਰ ਦਿੰਦੇ ਵੀ ਜਿਵੇਂ ਮਨ ਕਹਿੰਦਾ ਕਿ ਜੀ ਮਨ ਖੁਸ਼ ਹੋਣਾ ਚਾਹੀਦਾ, ਜੀ ਮਨ ਖੁਸ਼ ਹੋਣਾ ਚਾਹੀਦਾ। ਉਹ ਮਨ ਮੁਖ ਲੋਕ ਹੈ ਜਿਨ੍ਹਾਂ ਨੇ ਮਨ ਨੂੰ ਮੁਖੀ ਕੀਤਾ ਹੋਇਆ, ਅੱਗੇ ਲਾਇਆ ਹੋਇਆ ਹੈ। ਮਨ ਕੋ ਕਹਿਓ ਕਰਹਿ ਮਤਹੀਨ, ਉਹ ਮਤ ਦੇ ਮੂਰਖ ਲੋਕ ਜਿਵੇਂ ਮਨ ਕਹਿੰਦਾ ਹੈ ਉਸੇ ਤਰ੍ਹਾਂ ਮਨ ਦੇ ਮਗਰ ਲੱਗ ਕੇ ਮਨ ਨੂੰ ਖੁਸ਼ੀ ਦੇਣ ਮਾਰੇ ਕਰੀ ਜਾਂਦੇ, ਪਰ ਮਨ ਦਾ ਕੀ ਹੈ? ਮਨ ਪਾਪੀ, ਮਨ ਲਾਲਚੀ, ਮਨ ਲੋਭੀ, ਮਨ ਲਾਲਚੀ, ਮਨ ਪਾਪੀ, ਮਨ ਚੋਰ, ਮਨ ਦੇ ਮਗਰ ਨ ਲੱਗੀ ਹੈ ਪਲਕ ਪਲਕ ਮਨ ਹੋਰ, ਕਬੂ ਜੀੜਾ ਊਬ ਚੜਤ ਹੈ ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ ਚਾਰੇ ਕੁੰਡਾਂ ਪਾਲੇ। ਤੋ ਮਨ ਦਾ ਕੀ ਹੈ? ਹੁਣ ਹੋਰ ਹੈ, ਕੁਝ ਸਮੇਂ ਬਾਅਦ ਹੋਰ ਹੈ, ਜਿਵੇਂ ਬਾਂਦਰ ਇੱਕ ਦਰਖਤ 'ਤੇ ਖੜ੍ਹਾ ਨਹੀਂ ਹੁੰਦਾ ਟਾਹਣੀ 'ਤੇ, ਜਿਵੇਂ ਪਿੱਪਲ ਦਾ ਪੱਤਾ ਟਿਕਦਾ ਨਹੀਂ, ਨਿਸ਼ਾਨ ਦਾ ਝੰਡੇ ਦਾ ਬਸਤਰ ਨਹੀਂ ਟਿਕਦਾ, ਦੀਵੇ ਦੀ ਲਾਟ ਨਹੀਂ ਟਿਕਦੀ, ਬਦਲਾਂ ਵਿੱਚ ਚਮਕਦੀ ਬਿਜਲੀ ਨਹੀਂ ਇੱਕ ਥਾਂ ਟਿਕ ਸਕਦੀ। ਇਹ ਸਾਧ ਸੰਗ ਜੀ ਵਿਦਵਾਨਾਂ ਨੇ ਮਨ ਦੀ ਹਾਲਤ ਕਥਨ ਕੀਤੀ ਹੈ, ਮਨ ਨਾ ਕਦੇ ਟਿਕਿਆ। ਤੋ ਗਰੀਬ ਨਵਾਜ ਕਹਿੰਦੇ ਜਿੰਨਾ ਮਨ ਨੂੰ ਮੁੱਖ ਰੱਖ ਕੇ ਉਹਦੇ ਪਿੱਛੇ ਪਿੱਛੇ ਤੁਰੇ ਜਾਂਦੇ ਹੈ, ਮਨ ਨੂੰ ਖੁਸ਼ ਕਰਨ ਮਾਰੇ ਭੈੜੀ ਮਤ ਵਾਲੇ ਹੁੰਦੇ ਆ, ਉਹ ਮਨਮੁਖ ਹੁੰਦੇ ਆ। ਧਰਮ ਨਾ ਰੱਖੈ ਨਿੰਦਹਿ ਕਿਆ ਹੈ, ਤੇ ਧਰਮ ਨਹੀਂ ਰੱਖਦੇ, ਕੋਈ ਧਰਮ ਉਹਨਾਂ ਦਾ ਨਿਯਮ ਨੇਮ ਨਹੀਂ ਹੁੰਦਾ, ਕਿਸੇ
ਧਰਮ ਦੇ ਨਹੀਂ ਹੁੰਦੇ। ਫਿਰ ਉਹ ਕੋਈ ਧਰਮ ਜਿਵੇਂ ਕਰਮ ਧਰਮ ਦਾ ਕੋਈ ਕਾਰਜ ਹੈ, ਕੋਈ ਪਾਠ ਕਰਨਾ, ਇਸ਼ਨਾਨ ਕਰਨਾ, ਦਾਨ ਕਰਨਾ, ਪੂਜਾ ਜਪ ਤਪ, ਉਹ ਵੀ ਨਹੀਂ ਕਰਦੇ। ਅਤੇ ਜੇ ਉਹਨਾਂ ਨੂੰ ਕੋਈ ਸਮਝਾਵੇ ਵੀ ਭਾਈ ਧਰਮ ਹੀ ਹੋਣਾ ਚਾਹੀਦਾ, ਕਹਿੰਦੇ ਕਿਆ ਹੈ ਧਰਮ ਕੀ ਹੁੰਦਾ, ਸਾਨੂੰ ਨਹੀਂ ਪਤਾ, ਆਹ ਜਗ ਮਿੱਠਾ ਅਗਲਾ ਕਿਨ ਡਿੱਠਾ। ਉਹ ਧਰਮ ਕੀ ਹੁੰਦਾ ਹੈ ਇਸ ਤਰ੍ਹਾਂ ਆਖਦੇ ਵੀ ਸਾਨੂੰ ਇਸ ਦੀ ਕੋਈ ਲੋੜ ਨਹੀਂ, ਸਣ ਧੋਤੀ ਸਨ ਕੱਪੜੀ ਜੁੱਤੇ ਸੋਹਣੇ ਖੁਦਾ ਹਾਂ। ਕਪਟ ਕੂਰ ਕਰ ਲਪਟ ਤ੍ਰਿਆ ਹੈ। ਤੇ ਕਪਟ ਧੋਖਾ ਕਰਦੇ ਸਭ ਦੇ ਨਾਲ, ਪੈਰ ਪੈਰ ਤੇ ਝੂਠ ਬੋਲਦੇ ਹੈ। ਤੋ ਇਸ ਤਰ੍ਹਾਂ ਪਰ ਇਸਤਰੀ ਦੇ ਭੋਗੀ ਹੁੰਦੇ ਆ, ਤ੍ਰਿਆ ਲੰਪਟ ਤੋਂ ਵਿਸ਼ਈ ਹੁੰਦੇ ਆ ਸਿਰੇ ਦੇ ਜਿਹੜੇ ਆ, ਨਾਲੇ ਕਪਟ ਕਰਦੇ, ਧੋਖਾ ਨਾਲ ਝੂਠ ਬੋਲਦੇ ਰਹਿੰਦੇ ਆ। ਆਸ ਮਨ ਮੁਖ ਕੇ ਲੱਛਣ ਜਾਨ। ਤੋ ਮਹਾਰਾਜ ਕਹਿੰਦੇ ਭਾਈ ਮਨਮੁਖ ਜਿਹੜਾ ਨਾ ਸਧਾਰਨ, ਉਹਦੇ ਲੱਛਣ ਤੁਹਾਨੂੰ ਦੱਸੇ ਆ, ਜਾਣਨਾ ਕਰੋ ਜੀ। ਅਬ ਮਨ ਮੁਖ ਤਰ ਕੋ ਸੁਨ ਕਾਨ। ਹੁਣ ਸੁਣੋ ਕੰਨ ਕਰਕੇ ਮਨਮੁਖ ਤਰ। ਇਸ ਮਨਮੁਖ ਤੋਂ ਦੂਜੇ ਦਰਜੇ ਦਾ, ਉੱਚੇ ਦਰਜੇ ਦਾ ਮਨਮੁਖ ਕਿਹੜਾ ਹੁੰਦਾ ਹੈ? ਪਰ ਕੋ ਭਲਾ ਹੋਤ ਦੁਖ ਪਾਵਹਿ। ਉਹ ਮਨਮੁਖ ਜਿਹੜੇ ਹੁੰਦੇ ਮਨਮੁਖ ਤਰ, ਉਹ ਜਦੋਂ ਇਹ ਜਿਹੜੇ ਇਕੱਲੇ ਮਨਮੁਖ ਹੁੰਦੇ ਤਾਂ ਇਹਨਾਂ ਨਾਲ ਕੋਈ ਚੰਗੀ ਕਰੇ ਉਹਦੇ ਨਾਲ ਵੀ ਮਾੜੀ ਕਰਦੇ ਆ। ਅਤੇ ਇੱਕ ਮਨਮੁਖ ਤਰ ਹੁੰਦੇ ਆ ਵੀ ਉਹਨਾਂ ਨੂੰ ਆਪਦੇ ਨਾਲ ਤਾਂ ਕੋਈ ਨਹੀਂ, ਜੇ ਕਿਸੇ ਦਾ ਭਲਾ ਹੁੰਦਾ ਤਾਂ ਬੜਾ ਦੁੱਖ ਲੱਗਦਾ ਹੈ। ਕਿਵੇਂ ਬਿਗਰ ਹੈ ਅਸ ਜਤਨ ਬਣਾਵਹਿ। ਤੇ ਯਤਨ ਬਣਾਉਂਦੇ ਐ ਵੀ ਕਿਵੇਂ, ਪਰ ਕੋ ਭਲਾ ਹੋਤ ਦੁੱਖ ਪਾਵੈ, ਪਰਾਏ ਦਾ ਭਲਾ ਵੇਖ ਕੇ ਦੁਖੀ ਹੁੰਦੇ ਐ। ਤੇ ਵਿਉਂਤ ਬਣਾਉਂਦੇ ਐ ਵੀ ਕਿਵੇਂ ਇਹਦਾ ਜਿਹੜਾ ਕੰਮ ਸੌਰਦਾ ਹੈ ਉਹਨੂੰ ਕਿਵੇਂ ਵਿਗਾੜਿਆ ਜਾਵੇ। ਦੇਖਤ ਸੁਨਤ ਤਪਤ ਅਤ ਛਾਤੀ। ਤੇ ਉਹ ਦੇਖਦੇ ਆ ਜਦੋਂ ਕਿਸੇ ਦਾ ਬੁਰਾ ਤੇ ਛਾਤੀ ਛੱਡਦੀ ਹੈ। ਜਿਵੇਂ ਕਹਿੰਦੇ ਉਹ ਕੋਈ ਲੜਕਾ ਸੀ, ਉਹਦਾ ਰਿਸ਼ਤਾ ਨਾ ਹੋਵੇ, ਉਮਰ ਵਾਹਵਾ ਹੋ ਗਈ, ਅਤੇ ਜਦੋਂ ਉਹਨੂੰ ਕੋਈ ਰਿਸ਼ਤਾ ਹੋਵੇ ਅਤੇ ਗੁਆਂਢਣ ਕੋਈ ਗੁਆਂਢ ਇਹੋ ਜਿਹੀ ਮਾਈ ਰਹਿੰਦੀ ਸੀ, ਜਦੋਂ ਉਹਦਾ ਰਿਸ਼ਤਾ ਹੋਇਆ ਕਰੇ ਅਤੇ ਉਹ ਕੋਈ ਨਾ ਕੋਈ ਵਿਧੀ ਬਣਾ ਕੇ ਭਾਨੀ ਮਾਰ ਦਿਆ ਕਰੇ। ਉਹ ਮਾਤਾ ਕਿਤੇ ਗਈ ਹੋਈ ਸੀ ਇੱਕ ਦਿਨ, ਪਰਿਵਾਰ ਵਾਲਿਆਂ ਵੇਖਿਆ ਵੀ ਚਲੋ ਅੱਜ ਹੈ ਨਹੀਂ, ਅਤੇ ਰਿਸ਼ਤੇ ਵਾਲੇ ਸੱਦ ਲਏ, ਅਤੇ ਉਹ ਜ਼ਰਾ ਲੇਟ ਹੋ ਗਈ ਆਉਂਦਿਆਂ ਨੂੰ ਸਾਰਾ ਕਾਰਜ ਪੂਰਾ ਹੋ ਗਿਆ, ਵੀ ਉਹ ਰਿਸ਼ਤਾ ਵੀ ਪੱਕਾ, ਸ਼ਗਨ ਵਗੈਰਾ ਪੈ ਗਿਆ, ਉਹ ਤਾਂ ਵਿਆਹ ਵੀ ਬੰਨੀ ਬੈਠੇ। ਇਹ ਜਦੋਂ ਆਈ ਇਹਨੇ ਵੇਖਿਆ ਵੀ ਕੰਮ ਤਾਂ ਸਿਰੇ ਚੜ੍ਹ ਗਿਆ, ਮੈਂ ਲੇਟ ਹੋ ਗਈ, ਅਤੇ ਫਿਰ ਵਿਧੀ ਹੁਣ ਕਿਵੇਂ ਪੂਰਾ ਹੋਣ ਦੇਵੇ ਕੰਮ, ਤਰਕੀਬਾਂ ਬਹੁਤ ਹੁੰਦੀਆਂ ਸਿੱਧੇ ਪਾਸੇ, ਕਿਉਂਕਿ ਬੁੱਧ ਆ ਨਾ ਇਹ ਚੱਲਣੋਂ ਨਹੀਂ ਹਟਦੀ। ਜੇ ਸਿੱਧੇ ਪਾਸੇ ਤੁਰ ਪਵੇ ਤਾਂ ਖਾਲਸਾ ਜੀ ਨਾਮ ਜਪਣ ਦੀਆਂ ਵਿਧੀਆਂ ਘਟਦਾ ਰਹਿੰਦਾ, ਵੀ ਇਸ ਤਰ੍ਹਾਂ ਜਪ ਲਈਏ, ਐਂ ਬਣਾ ਲਈਏ ਕੋਈ ਨਿਯਮ ਵਿਧੀ, ਐਂ ਪੁੰਨ ਦਾਨ ਕਰ ਲਈਏ। ਅਤੇ ਜੇ ਬੁੱਧ ਪੁੱਠੇ ਪਾਸੇ ਚੱਲ ਪਏ ਅਤੇ ਫਿਰ ਸਾਧ ਸੰਗ ਜੀ ਫਿਰ ਪਾਪ ਕਰਨ ਦੀਆਂ ਵਿਧੀਆਂ ਬਣਾਉਂਦਾ ਰਹਿੰਦਾ। ਮਨ ਦੀ ਹਾਲਤ ਹੀ ਐਸੀ ਹੈ। ਅਤੇ ਇਹਨੇ ਵੇਖਿਆ ਵੀ ਹੁਣ ਥੋੜ੍ਹਾ ਲੇਟ ਤਾਂ ਹੋ ਗਈ, ਇਹਨੇ ਘਰੋਂ 1 ਰੁਪਈਆ ਬੰਨਿਆ ਚੁੰਨੀ ਦੇ ਪਲੜੇ, ਅਤੇ ਉਹਨਾਂ ਦੇ ਘਰੇ ਜਾ ਪਹੁੰਚੀ, ਅਤੇ ਜਾ ਕੇ ਉਹ ਨਾਲੇ ਵਧਾਈ ਦਿੱਤੀ, ਚਲੋ ਵਧਾਈ ਹੋਵੇ ਭਾਈ, ਵਧੀਆ ਕਾਰਜ ਸਿਰੇ ਚੜ੍ਹ ਗਿਆ। ਕੁੜੀ ਵਾਲਿਆਂ ਦੇ ਬੈਠਿਆਂ ਹੀ ਮੁੰਡੇ ਨੂੰ ਉਹ ਰੁਪਈਆ ਇੱਕ ਉਹਨਾਂ ਸਮਿਆਂ 'ਚ ਦਿੰਦੇ ਸੀ, ਦੇ ਕੇ ਤਲੀ, ਅਤੇ ਕਹਿੰਦੀ ਚੱਲ ਚੰਗਾ ਹੋਇਆ ਪੁੱਤ, ਹੁਣ ਤੇਰੀ ਮਿਰਗੀ ਵੀ ਹਟ ਜਾਏਗੀ। ਉਹ ਕੁੜੀ ਵਾਲਿਆਂ ਦੇ ਇਹਨੂੰ ਜੀ ਮਿਰਗੀ ਪੈਂਦੀ, ਕਹਿੰਦੇ ਜੀ ਪੈਂਦੀ ਆ ਕਦੇ ਕਦੇ ਜਦੋਂ ਸ਼ਰਾਬ ਸ਼ਰੂਬ ਪੀ ਲੈਂਦਾ। ਉਹ ਕਹਿੰਦੇ ਸ਼ਰਾਬ ਵੀ ਪੀਂਦਾ, ਕਹਿੰਦੇ ਪੀ ਲੈਂਦਾ ਜਦੋਂ ਕਿਤੇ ਜੂਆ ਜਾਵਾ ਜਿੱਤਿਆ ਹੋਵੇ, ਕਹਿੰਦੇ ਜੂਆ ਵੀ ਖੇਡਦਾ। ਉਹ ਮਾਈ ਕਹਿੰਦੀ ਖੇਡ ਲੈਂਦਾ ਜਦੋਂ ਕਦੇ ਚੋਰੀ ਚਾਰੀ ਕੀਤੀ ਹੋਵੇ, ਕਹਿੰਦੇ ਜੇ ਚੋਰੀ ਵੀ ਕਰਦਾ, ਕਹਿੰਦੇ ਕਰ ਲੈਂਦਾ ਜਦੋਂ ਕਿਤੇ ਨਸ਼ੇ ਦੀ ਤੋੜ ਤਾਟ ਲੱਗਦੀ ਆ। ਉਹ ਆਂਦੇ ਭਾਈ ਇਹਦਾ ਸਾਰੇ ਜਹਾਨ ਦਾ ਵਿਸ਼ਈ ਬੰਦਾ, ਸਾਨੂੰ ਟੱਕਰ ਚੱਲਿਆ। ਅਤੇ ਇਸ ਤਰ੍ਹਾਂ ਉਹ ਜਿਹੜਾ ਕੀਤਾ ਕਰਾਇਆ, ਜਿਹੜਾ ਉਹਨਾਂ ਦਾ ਕਾਰਜ ਉਹ ਤੁੜਾ ਕੇ, ਅਤੇ ਉਹ ਜਿਵੇਂ ਇੱਕ ਹੋਰ ਦੱਸਦੇ ਹੁੰਦੇ ਆ ਮਹਾਂਪੁਰਖ, ਉਹ ਕਹਿੰਦੇ ਇਸ ਤਰ੍ਹਾਂ ਹੀ ਕਿਸੇ ਦਾ ਰਿਸ਼ਤਾ ਪੂਰਾ ਹੋ ਗਿਆ। ਉਹ ਮਾਈ ਹੈ ਨਹੀਂ ਸੀ, ਉਹਨੇ ਵੇਖਿਆ ਅਤੇ ਸੁਣੀ ਗਈ ਵੀ ਕੀ ਆਂਦੇ ਆ, ਅਤੇ ਉਹ ਕਹਿਣ ਜੀ ਆਖੇ ਮੱਝਾਂ 40-50 ਆਇਆ ਇਹਨਾਂ ਦੇ ਘਰ ਵਿੱਚ, ਵਿਚੋਲਾ ਆਖੇ, ਅਤੇ ਉਹ ਰਿਸ਼ਤਾ ਹੋ ਗਿਆ ਪੂਰਾ। ਅਤੇ ਉਹ ਮਾਈ ਕਹਿੰਦੇ ਗਈ ਜਾ ਕੇ, ਅਤੇ ਜਾਣ ਕੇ ਉੱਤੋਂ ਦੀ ਹੋ ਕੇ ਅਤੇ ਕਿੱਲੇ 'ਚ ਵੱਜ ਕੇ ਡਿੱਗ ਪਈ, ਕਹਿੰਦੀ ਹਾਏ ਹਾਏ ਡੰਗਰ ਖੋਲਾ ਘਰੇ ਇੱਕ ਨਹੀਂ, ਅਤੇ ਕਿੱਲੇ ਥਾਂ ਥਾਂ ਗੱਡੇ ਆ। ਤੋ ਇਸ ਤਰ੍ਹਾਂ ਜਿਹੜਾ ਉਹ ਵਿਧੀ ਹੈ ਵੀ ਸੁਭਾਅ ਹੀ ਬਣਿਆ ਹੋਇਆ ਵੀ ਕਿਸੇ ਦਾ ਕੰਮ ਵਿਗਾੜਨਾ, ਉਸੇ ਤਰ੍ਹਾਂ ਦਾ ਹਿਸਾਬ ਕਿਤਾਬ ਵਰਤ ਲੈਂਦੇ ਆ। ਮਹਾਰਾਜ ਕਹਿੰਦੇ ਮਨਮੁਖ ਤਰ ਹੁੰਦੇ ਆ, ਵੀ ਆਪਦਾ ਕੁਝ ਵਿਗੜਦਾ ਹੈ ਉਹਦਾ ਕੋਈ ਗੱਲ ਨਹੀਂ,
ਤੇ ਕਿਸੇ ਦਾ ਨਾ ਸੌਰੇ। ਜਦੋਂ ਕਿਸੇ ਦਾ ਕੰਮ ਬਣਦਾ ਹੈ, ਦੇਖਤ ਸੁਣਤ ਤਪਤ ਅਤ ਛਾਤੀ, ਛਾਤੀ ਸੜ ਜਾਂਦੀ ਹੈ, ਬੜੇ ਸੁਲਗਦੇ ਰਹਿੰਦੇ ਹਨ। ਚਿਤਵਹਿ ਕੋ ਹੋਵਹਿ ਇਸ ਘਾਤੀ। ਵੀ ਚਿਤਵਦੇ ਹੈ ਮਨ ਵਿੱਚ ਵੀ ਕਿਸੇ ਨਾ ਕਿਸੇ ਤਰ੍ਹਾਂ ਇਹ ਜਿਹੜਾ ਕੰਮ ਸਿਰੇ ਚੜ ਚੱਲਿਆ ਹੈ, ਇਹ ਨਾ ਚੜੇ ਤੇ ਰੁਕ ਜਾਣਾ ਹੋਵੇ। ਅਪਰ ਭਲਾ ਕੋ ਕਹਾਂ ਸੁਹਾਏ। ਹੋਰ ਕਿਸੇ ਦਾ ਭਲਾ ਜਿਹੜਾ ਹੁੰਦਾ ਹੋਇਆ ਇਹਨਾਂ ਨੂੰ ਕਿੱਥੇ ਚੰਗਾ ਲੱਗਦਾ ਹੈ। ਸਖਾ ਭਲੇ ਕੋ ਸੁਣ ਤਪਤਾਏ। ਤੇ ਇਸ ਤਰ੍ਹਾਂ ਜਿਹੜਾ ਵੈ ਹੋਰ ਦਾ ਭਲਾ ਸੁਣ ਕੇ ਜਿਹੜਾ ਹੈ ਉਹ ਚੰਗਾ ਨਹੀਂ ਲੱਗਦਾ। ਹੋਰ ਤਾਂ ਹੋਰ ਵੀ ਆਪਦੇ ਭਰਾ ਦਾ, ਭੈਣ ਦਾ ਜਾਂ ਕੋਈ ਖਾਸ ਰਿਸ਼ਤੇਦਾਰ ਦਾ ਵੀ ਚੰਗਾ ਹੋਵੇ, ਮਹਾਰਾਜ ਕਹਿੰਦੇ ਮਨਮੁਖ ਤਰ ਨੂੰ ਜਮਾਂ ਚੰਗਾ ਨਹੀਂ ਲੱਗਦਾ। ਦੂਜਿਆਂ ਦਾ ਭਲਾ ਵੇਖ ਕੇ ਬਗਾਨੇ ਸੱਤ ਦਾ ਤਾਂ ਸੜਨਾ ਹੀ ਹੈ। ਆਪਦੇ ਸਖੇ ਕਿਸੇ ਮਿੱਤਰ ਦਾ ਭਲਾ, ਭਰਾ ਦਾ ਭਲਾ ਵੇਖ ਕੇ ਵੀ ਬੜੇ ਮੱਚਦੇ ਹੈ, ਬੜੇ ਦੁਖੀ ਹੁੰਦੇ ਹਨ। ਮੁਖ ਤੇ ਮਿੱਠੀ ਕਹ ਸੁਣਾਵੈ। ਤੇ ਉਸ ਤਰ੍ਹਾਂ ਮੁੱਖੋਂ ਬਹੁਤ ਮਿੱਠੇ ਰਹਿੰਦੇ ਆ, ਮਿੱਠੀਆਂ ਗੱਲਾਂ ਕਰ ਕਰਕੇ ਸੁਣਾਉਂਦੇ ਵੀ ਸਾਨੂੰ ਬਹੁਤ ਚਾਅ ਆ ਤੁਹਾਡੇ ਇਸ ਕਾਰਜ ਸਿਰੇ ਚੜੇ ਦਾ। ਨਹਿ ਉਰਜ ਰਹਿ ਸੋ ਜਰ ਜਰ ਜਾਵੈ। ਪਰ ਅਸਲ ਵਿੱਚ ਇਹਨਾਂ ਤੋਂ ਕਿਸੇ ਦਾ ਜਿਹੜਾ ਕੀਤਾ ਕਾਰਜ ਸੁੱਧ ਹੋਇਆ, ਸਿਰੇ ਚੜਿਆ, ਉਹ ਜਰਿਆ ਨਹੀਂ ਜਾਂਦਾ। ਉਰ ਜਰ ਹੈ ਤੇ ਉਹਨਾਂ ਦਾ ਹਿਰਦਾ ਜਿਹੜਾ ਉਹ ਜਰ ਜਰ ਜਾਵੈ, ਸੜ ਸੜ ਬਲ ਬਲ ਜਾਂਦਾ ਹੈ। ਹਿਤ ਅਨਹਿਤ ਸਮ ਏਕ ਵਿਚਾਰ ਹੈ। ਵੀ ਇਹ ਭਲਾ ਤੇ ਬੁਰਾ ਇੱਕੋ ਜਿਹਾ ਹੀ ਜਾਣਦੇ ਹੈ, ਵੀ ਸਾਰਾ ਇੱਕੋ ਜਿਹਾ ਹੀ, ਵੀ ਜੇ ਸਭ ਨੂੰ ਇੱਕੋ ਰਸੇ ਹੀ, ਵੀ ਚਾਹੇ ਕੋਈ ਪਿਆਰ ਕਰੇ ਉਹਦੇ ਨਾਲ ਵੀ ਉਵੇਂ ਹੀ ਵਰਤਦੇ ਹੈ, ਤੇ ਜੇ ਕੋਈ ਇਹਨਾਂ ਦਾ ਵੈਰ ਕਰਦਾ ਉਸੇ ਨਾਲ ਉਵੇਂ ਹੀ ਵਰਤਦੇ ਆ। ਵੀ ਦੋਹਾਂ ਨਾਲ, ਵੈਰੀ ਤੇ ਮਿੱਤਰ ਨਾਲ ਇੱਕੋ ਜਿਹਾ ਵਰਤਦੇ ਹਨ। ਸਭ ਕੋ ਬੁਰੋ ਹੋਏ ਸੁਖ ਧਾਰ ਹੈ। ਕਿਉਂਕਿ ਕਹਿੰਦੇ ਸਾਨੂੰ ਸੁੱਖ ਹੀ ਤਾਂ ਮਿਲਦਾ ਜੇ ਸਾਰੇ ਸੰਸਾਰ ਨੂੰ ਅੱਗ ਲੱਗ ਜਾਵੇ, ਵੀ ਸਾਰਿਆਂ ਦਾ ਮਾੜਾ ਹੋਵੇ ਫੇਰ ਸਾਨੂੰ ਠੰਡ ਪੈਂਦੀ ਹੈ। ਸਭ ਜਗ ਕੋ ਬੈਰੀ ਸਮ ਜਾਣੈ। ਤੇ ਸਾਰੇ ਸੰਸਾਰ ਨੂੰ ਵੈਰੀਆਂ ਵਰਗਾ ਜਿਹੜਾ ਉਹ ਲੱਗਦੇ, ਵੀ ਸਭ ਸੰਸਾਰ ਹੀ ਜਿਹੜਾ ਉਹ ਵੈਰੀ ਲੱਗਦਾ। ਤੋ ਸਾਧ ਸੰਗ ਜੋ ਈਰਖਾ ਇਹੋ ਜਿਹੀ ਵਸਤੂ ਹੈ ਵੀ ਮਨਮੁਖ ਤਰ ਦਾ ਹਾਲ ਤੋਂ ਕਈ ਵਾਰ ਕਹਿੰਦੇ ਜੀ ਜਦੋਂ ਫਲਾਣਾ ਗੁਰੂ ਘਰ ਆਉਂਦਾ ਨਾ ਤੇ ਮੈਨੂੰ ਅੱਗ ਲੱਗ ਜਾਂਦੀ ਹੈ, ਤੇ ਮੈਂ ਫਿਰ ਉਦੋਂ ਗੁਰੂ ਘਰ ਨਹੀਂ ਆਉਂਦਾ, ਮੈਂ ਟਾਈਮ ਬਦਲ ਕੇ ਮੁੜ ਕੇ ਆ ਜਾਈਦਾ। ਵੀ ਆਖੀਦਾ ਕਿੱਥੇ ਮੱਥੇ ਲੱਗ ਗਿਆ ਸਵੇਰੇ ਸਵੇਰੇ, ਵੀ ਇਹ ਗੁਰੂ ਘਰ ਆਇਆ ਤੇ ਵੇਖੋ ਇੱਥੇ ਆਹ ਹਾਲ ਹੈ ਤੇ ਬਾਹਰ ਕੀ ਹੈ। ਵੀ ਬਾਹਰ ਤਾਂ ਹੈ ਹੀ ਚਲੋ ਉਹੋ ਜਿਹਾ ਹਾਲ ਆ, ਤੇ ਗੁਰਦੁਆਰਾ ਸਾਹਿਬ ਵਿੱਚ ਵੀ ਹਰੇਕ, ਮੈਂ ਵੀ ਤੁਹਾਡੇ 'ਚ ਹੀ ਹਾਂ, ਵੀ ਮਨ 'ਚ ਹੁੰਦੇ ਵੀ ਇਹ ਕਿਉਂ ਮੇਰੇ ਮੱਥੇ ਲੱਗ ਗਿਆ, ਇਹਨੂੰ ਇੱਥੇ ਨਹੀਂ ਆਉਣਾ ਚਾਹੀਦਾ, ਇਹ ਇੱਥੇ ਸੇਵਾ ਕਿਉਂ ਕਰਦਾ ਪਿਆ, ਮੈਨੂੰ ਸੇਵਾ ਕਰਨੀ ਚਾਹੀਦੀ ਹੈ। ਤੋ ਉਹ ਇਹ ਮਨਮੁਖ ਤਰ ਦੇ ਲੱਛਣ ਹੈ। ਇਹ ਕਥਾ ਸੁਣਨ ਦਾ ਖਾਲਸਾ ਜੀ ਲਾਹਾ ਇਹ ਆ ਵੀ ਸਾਨੂੰ ਪਛਾਣ ਆ ਜਾਵੇ ਵੀ ਕਿਤੇ ਅਸੀਂ ਇਸ ਲਈ ਤੇ ਤਾਂ ਨਹੀਂ ਤੁਰੇ ਹੋਏ, ਅਸੀਂ ਮਨਮੁਖਾਂ ਵਾਲੇ ਪਾਸੇ ਹੈ ਕਿ ਗੁਰਮੁਖਾਂ ਵਾਲੇ ਪਾਸੇ ਹਾਂ। ਕਿਉਂਕਿ ਕਈ ਵਾਰ ਅਸੀਂ ਆਪਦੀ ਨਜ਼ਰ ਵਿੱਚ ਸਹੀ ਹੁੰਦੇ ਹਾਂ ਵੀ ਨਹੀਂ ਮੈਂ ਖੌਰੇ ਸਹੀ ਕਰ ਰਿਹਾ, ਪਰ ਚੰਗਾ ਕਰ ਰਿਹਾ ਕਿ ਮਾੜਾ ਕਰ ਰਹੇ, ਖਾਲਸਾ ਜੀ ਗੁਰਬਾਣੀ ਦੱਸਦੀ ਸਾਨੂੰ ਕੋਈ ਪਤਾ ਨਹੀਂ ਲੱਗਦਾ। ਪਾਪੀ ਵੀ, ਚੋਰ ਵੀ ਕਹਿੰਦਾ ਵੀ ਕਦੇ ਮੈਂ ਚੋਰੀ ਕੀਤੀ ਹੈ ਜਾਂ ਮੈਂ ਮਾੜਾ ਕੀਤਾ। ਤੋ ਇਸ ਤਰ੍ਹਾਂ ਕਈ ਵਾਰੀ ਅਸੀਂ ਕੰਮ ਬਹੁਤ ਭੈੜਾ ਕਰ ਰਹੇ ਹੁੰਦੇ ਆ, ਮਨਮੁਖਾਂ ਵਾਲੇ ਰਸਤੇ 'ਤੇ ਤੁਰ ਰਹੇ ਹੁੰਦੇ ਆ, ਗੁਰੂ ਘਰ ਹੁੰਦਿਆਂ ਹੋਇਆਂ ਵੀ, ਪਰ ਪਤਾ ਨਹੀਂ ਲੱਗਦਾ। ਤੋ ਕਥਾ ਕੀਰਤਨ ਮਹਾਰਾਜ ਦਾ ਉਪਦੇਸ਼ ਸੁਣ ਕੇ ਸਾਨੂੰ ਇਸ ਗੱਲ ਤੋਂ ਜਾਣੂ ਹੋ ਜਾਣਾ ਚਾਹੀਦਾ। ਕਥਾ ਦਾ ਇਹ ਫਲ ਹੈ ਕਿ ਵੀ ਅਸੀਂ ਕਿਹੜੇ ਰਸਤੇ 'ਤੇ ਤੁਰ ਰਹੇ ਹਾਂ, ਕਿਤੇ ਗੁਰਮੁਖ ਵਾਲੇ ਤੁਰ ਰਹੇ ਹਾਂ ਕਿ ਮਨਮੁਖ ਵਾਲੇ ਰਸਤੇ 'ਤੇ ਤੁਰ ਰਹੇ ਹਾਂ। ਤੋ ਇੱਥੇ ਸਾਧ ਸੰਗਤ ਜੀ ਮਹਾਰਾਜ ਦੱਸ ਰਿਹਾ ਵੀ 3 ਤਰ੍ਹਾਂ ਦੇ ਗੁਰਮੁਖ ਹੈ, 3 ਤਰ੍ਹਾਂ ਦੇ ਮਨਮੁਖ ਹੈ। ਜਿਹੜੇ ਮਨਮੁਖ ਹੈ ਉਹ ਇੱਕ ਸਧਾਰਨ ਹੈ, ਜਿਹੜੇ ਤਰ ਮਨਮੁਖ ਹੈ ਉਹ ਜਿਹੜੇ ਆ ਸਾਰੇ ਜੱਗ ਨੂੰ ਵੈਰੀ ਜਾਣਦੇ, ਵੀ ਉਹਨਾਂ ਵਾਸਤੇ ਸਭ ਸੰਸਾਰ ਐਂ ਲੱਗਦਾ ਵੀ ਸਾਰੇ ਹੀ ਮੇਰਾ ਮਾੜਾ ਕਰਨ ਨੂੰ ਫਿਰਦੇ ਆ, ਸਭ ਸੰਸਾਰ ਨੂੰ ਬੁਰਾ ਵੇਖਦੇ ਆ, ਬੁਰਾ ਸੋਚਦੇ ਆ, ਤੇ ਆਪਦੇ ਪਰਥਾਏ ਵੀ ਸਭ ਵੈਰੀ ਲੱਗਦੇ ਹਨ। ਬਾਹੋ ਤਨ ਸੰਗ ਦ્વੈਸ਼ ਹੀ ਠਨ। ਤੇ ਬਹੁਤ ਥੋੜਿਆਂ ਨਾਲ ਕਿਤੇ ਹੱਸ ਕੇ ਬੋਲਦੇ ਆ, ਮੁੱਖੋਂ ਤਾਂ ਹੱਸ ਕੇ ਬੋਲਦੇ ਪਰ ਢਿੱਡੋਂ ਤਕਰੀਬਨ ਮਹਾਰਾਜ ਕਹਿੰਦੇ ਹਰੇਕ ਦੇ ਨਾਲ ਵੈਰ ਰੱਖਦੇ ਆ। ਮਨ ਦੇ ਵਿੱਚ ਹਰੇਕ ਦੇ ਪਰਥਾਏ ਉਹਨਾਂ ਦੇ ਈਰਖਾ ਹੁੰਦੀ ਹੈ। ਅਬ ਮਨਮੁਖ ਤਮ ਕੋ ਸੁਨ ਕਾਨ। ਤੋ ਮਹਾਰਾਜ ਕਹਿੰਦੇ ਇਹ ਮਨਮੁਖ ਹੈ ਧਰ। ਹੁਣ ਭਾਈ ਭਗੀਰਥ ਜੀ, ਭਾਈ ਕੁੱਲਾ, ਭਾਈ ਪੁੱਲਾ ਜੀ ਅੱਗੇ ਇੱਕ ਤੀਜੇ ਦਰਜੇ ਦਾ ਮਨਮੁਖ ਹੈ ਜਿਹਨੂੰ ਮਨਮੁਖ ਤਮ ਆਖਿਆ ਜਾਂਦਾ ਹੈ। ਸਭ ਕੋ ਬੁਰਾ ਆਪਣੇ ਹਿਤ ਜਾਨ। ਉਹ ਆਪ ਦਾ ਭਲਾ ਜਾਣਦੇ ਹੈ ਤੇ ਆਪਣਾ ਜਾਂ ਸਾਰਿਆਂ ਦਾ ਮਾੜੇ ਵਿੱਚ ਹੀ ਆਪਦੀ ਸੁੱਖ ਜਾਣਦੇ, ਵੀ
ਜਿੰਨਾ ਚਿਰ ਦੂਜੇ ਦਾ ਨੁਕਸਾਨ ਨਾ ਹੋਵੇ ਉਹਨਾਂ ਚਿਰ ਨਹੀਂ ਸੁੱਖ ਮਿਲਦਾ। ਵੀ ਪਰਾਏ ਦੇ ਬੁਰੇ ਵਿੱਚ ਹੀ ਉਹਨਾਂ ਨੂੰ ਆਪਣਾ ਭਲਾ ਦਿਸਦਾ ਹੁੰਦਾ ਹੈ। ਸਤਿਗੁਰ ਸ਼ਬਦ ਸ਼ਰਵਣ ਨਹਿ ਕਰੈ। ਤੇ ਗੁਰਬਾਣੀ ਤੋਂ ਉਹਨਾਂ ਨੂੰ ਮਹਾਰਾਜ ਕਹਿੰਦੇ ਬਹੁਤ ਡਰ ਲੱਗਦਾ ਵੀ ਗੁਰਬਾਣੀ ਤਾਂ ਕਿਤੇ ਹੁੰਦੀ ਹੋਵੇ ਤੇ ਉੱਥੇ ਉਹਨਾਂ ਨੂੰ ਤਾਪ ਚੜ ਜਾਂਦਾ ਹੈ ਵੀ ਇਹ ਕੋਈ ਕਥਾ ਕਿਉਂ ਕਰਦਾ ਹੈ, ਕਿਤੇ ਕੀਰਤਨ ਕਿਉਂ ਹੋ ਰਿਹਾ ਹੈ। ਤੋ ਇਸ ਤਰ੍ਹਾਂ ਗਰੀਬ ਨਵਾਜ ਮਹਾਰਾਜ ਕਹਿੰਦੇ ਵੀ ਸ਼ਬਦ ਤੋਂ ਸਭ ਤੋਂ ਵੱਧ ਭੈ ਮੰਨਦੇ ਆ। ਗੁਰਬਾਣੀ ਜਿਹੜੀ ਆ ਉਹ ਸੁਣਨ ਨੂੰ ਰੱਤੀ ਮਾਤਰ ਵੀ ਮਨ ਨਹੀਂ ਕਰਦਾ ਗਾ। ਸਤਿਗੁਰੂ ਸ਼ਬਦ ਸੁਣ ਨਹਿ ਕਰੈ। ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਸੁਣਨੀ ਪਸੰਦ ਨਹੀਂ, ਸੁਣ ਕੇ ਬਹੁਤ ਦੁਖੀ ਹੁੰਦੇ ਹਨ। ਕਥਾ ਪੁਰਾਣ ਕਾਣ ਨਹਿ ਧਰੈ। ਜੇ ਕੋਈ ਪੁਰਾਤਨ ਕਥਾ ਜੇ ਕੋਈ ਕਰਦਾ ਹੈ, ਜੇ ਕੋਈ ਸੁਣਾਉਂਦਾ ਹੈ ਤੇ ਉਹ ਕੰਨ ਤੇ ਨਹੀਂ ਧਰਦੇ, ਵਿੱਚੇ ਬੋਲਣ ਲੱਗ ਜਾਂਦੇ ਆ, ਰੌਲਾ ਪਾਉਂਦੇ ਆ। ਤੋ ਇਹੋ ਜਿਹੀ ਇਹਨਾਂ ਦੀ ਹਾਲਤ ਹੁੰਦੀ ਹੈ। ਦਾਨ ਪੁੰਨ ਇਸ਼ਨਾਨ ਵਿਹੀਨ। ਨਾ ਉਹਨਾਂ ਦੇ ਪੱਲੇ ਦਾਨ ਨਹੀਂ ਦਿੰਦੇ। ਪੁੰਨ ਕਹੀਏ ਭਲੇ ਦਾ ਕੋਈ ਕੰਮ ਨਹੀਂ ਕਰਦੇ ਸਾਰੀ ਜ਼ਿੰਦਗੀ। ਤੇ ਇਸ਼ਨਾਨ ਤੋਂ ਵੀ ਜਿਹੜਾ ਉਹ ਸੰਕੋਚ ਹੀ ਰੱਖਦੇ। ਅੰਮ੍ਰਿਤ ਵੇਲੇ ਦੇ ਇਸ਼ਨਾਨ ਦਾ ਵੀ ਭੈ ਮੰਨਦੇ ਹੁੰਦੇ ਆ। ਕੂਰੋ ਕਹਿ ਜੀਵ ਕਾ ਧੀਨ। ਤੇ ਆਪਦੀ ਜੀਵਕਾ ਰੋਜੀ ਰੋਟੀ ਦੇ ਅਧੀਨ ਹੋਏ ਹੋਏ ਝੂਠ ਬੋਲਦੇ ਆ। ਪੈਰ ਪੈਰ ਤੇ ਝੂਠ, ਸਹੁੰ ਕਸਮਾਂ ਖਾਂਦੇ ਆ ਸਿਰਫ ਇਸ ਕਰਕੇ ਵੀ ਸਾਡੀ ਰੋਜੀ ਰੋਟੀ ਬਣੀ ਰਵੇ। ਤੋ ਆਪਦੇ ਧੰਦਿਆਂ ਘਰ ਦੇ ਕਾਰਜ ਵਾਸਤੇ ਕਮਾਈ ਵਾਸਤੇ ਝੂਠ ਬੋਲਦੇ ਆ। ਇਮ ਭਖ ਹੈ ਜਹ ਨਰ ਸਮੁਦਾਈ। ਤੇ ਜਿੱਥੇ ਕੋ ਬਹੁਤੇ ਲੋਕ ਇਕੱਠੇ ਹੋਏ ਹੁੰਦੇ ਆ ਮਨਮੁਖ ਤਮ, ਉੱਥੇ ਫਿਰ ਇਸ ਤਰ੍ਹਾਂ ਆਖਦੇ ਉੱਚੀ ਉੱਚੀ ਇਕੱਠ ਦੇ ਅੰਦਰ, ਹਮੈ ਨਾ ਫਲਤ ਕਰੀ ਭਲਿਆਈ। ਕਹਿੰਦੇ ਭਾਈ ਚੰਗਾ ਕਿਸੇ ਦਾ ਕੀ ਕਰੀਏ, ਵੀ ਮੈਂ ਤਾਂ ਪਰਖ ਕੇ ਵੇਖਿਆ ਵੀ ਮੈਨੂੰ ਕਿਸੇ ਦਾ ਚੰਗਾ ਕੀਤਾ ਫਲਦਾ ਨਹੀਂ, ਵੀ ਮਾੜਾ ਕਰਾਂ ਤੇ ਫੇਰ ਹੀ ਫਲਦਾ, ਕਿਸੇ ਦਾ ਚੰਗਾ ਕੀਤਾ ਮੈਨੂੰ ਫਲਦਾ ਨਹੀਂ ਹੈ। ਕਰਤ ਬੁਰਾਈ ਹੀ ਸੁਖ ਪਾਵੈ। ਵੀ ਜਦੋਂ ਕਿਸੇ ਦਾ ਮਾੜਾ ਹੁੰਦਾ ਮੈਨੂੰ ਉਦੋਂ ਹੀ ਠੰਡ ਪੈਂਦੀ ਹੈ, ਤੇ ਜੇ ਕਿਸੇ ਦਾ ਚੰਗਾ ਕਰੀਏ ਤੇ ਉਹ ਨਹੀਂ ਮੈਨੂੰ ਜਮਾਂ ਵੀ ਫਲਦਾ ਹੈ। ਆਸ ਮਨਮੁਖ ਤਮ ਨਰਕ ਸਿਧਾਵੈ। ਤੋ ਮਹਾਰਾਜ ਕਹਿੰਦੇ ਮਨਮੁਖ ਜਿਹੜੇ ਇਹੋ ਜਿਹੇ ਹੁੰਦੇ ਤਾਮ ਜਾਂ ਹੋਰ ਤਾਮ ਤੋਂ ਤਰ ਕੱਲੇ ਮਨਮੁਖ, ਇਹ ਅੰਤਲੇ ਸਮੇਂ ਨੂੰ ਨਰਕਾਂ ਦੇ ਭਾਗੀ ਬਣਦੇ। ਸਾਰੀ ਉਮਰ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ। ਨਾਨਕ ਜੋ ਮਥਨ ਮਾਧਾਣੀਆਂ ਤੇ ਉਹ ਮਥੇ ਧਰਮ ਰਾਏ। ਇਹੋ ਜਿਹੀ ਇਹਨਾਂ ਦੀ ਹਾਲਤ ਹੁੰਦੀ ਹੈ। ਘੋਰ ਸਜਾਇਨ ਸਹੈ ਸਰੀਰ। ਤੇ ਸਰੀਰ ਤੇ ਬੜੀਆਂ ਭਿਆਨਕ ਸਜ਼ਾਵਾਂ ਸਹਿੰਦੇ ਹਨ। ਜਨਮ ਮਰਨ ਕੀ ਪੁਨ ਪੁਨ ਪੀਰ। ਇਹਨਾਂ ਆਖਿਆ ਸੀ ਮਹਾਰਾਜ ਜੰਮਣ ਮਰਨ ਕਿਵੇਂ ਕੱਟਿਆ ਜਾਂਦਾ। ਮਹਾਰਾਜ ਕਹਿੰਦੇ ਗੁਰਮੁਖ ਬਣ ਜਾਓ ਭਾਈ, ਜੇ ਮਨਮੁਖ ਬਣੋਗੇ ਤੇ ਜਨਮ ਮਰਨ ਕੀ ਪੁਨ ਪੁਨ ਪੀਰ। ਮਨਮੁਖਾਂ ਨੂੰ ਪੁਨਾ ਜੰਮਣ ਮਰਨ ਦੀ ਪੀੜ ਲੱਗਦੀ ਰਹਿੰਦੀ। ਜਮ ਜਮ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਸੁਣ ਤੀਨਹੁ ਗੁਰ ਕੋ ਉਪਦੇਸ਼। ਇਹਨਾਂ ਤਿੰਨਾਂ ਨੇ ਵੀ ਸਤਿਗੁਰੂ ਪਾਤਸ਼ਾਹ ਦੇ ਮੁਖੋਂ ਸੋਹਣੀ ਸਿੱਖਿਆ ਉਪਦੇਸ਼ ਸੁਣਿਆ ਹੈ। ਗੁਰਮੁਖ ਲੱਛਣ ਧਰੇ ਅਸ਼ੇਸ਼। ਤੇ ਗੁਰਮੁਖਾਂ ਦੇ ਸਾਰੇ ਲੱਛਣ ਇਹਨਾਂ ਨੇ ਧਾਰਨ ਕੀਤੇ ਐ। ਸ਼੍ਰੀ ਸਤਿਗੁਰ ਕੋ ਸੇਵਤ ਰਹੈ। ਤੇ ਸਤਿਗੁਰਾਂ ਦੀ ਸਦਾ ਸੇਵਾ ਕਰਦੇ ਰਹਿੰਦੇ ਹਨ। ਨਿਜ ਸਰੂਪ ਮਹਿ ਚਿਰਤਾ ਲਹੈ। ਤੋ ਇਸ ਤਰ੍ਹਾਂ ਇਹਨਾਂ ਦਾ ਵੀ ਉਧਾਰਾ ਹੋਇਆ। ਜੋ ਸਰਣ ਆਵੈ ਤਿਸ ਕੰਠ ਲਾਵੈ ਬਿਰਧ ਸੁਆਮੀ ਸੰਦਾ। ਗਰੀਬ ਨਵਾਜ ਮਹਾਰਾਜ ਦੀ ਸੇਵਾ ਕਰਕੇ ਸਿੱਖਿਆ ਮੰਨ ਕੇ ਇਹਨਾਂ ਨੇ ਆਪਣੇ ਸਰੂਪ ਵਿੱਚ ਥਿਰਤਾ ਲੈ ਲਈ, ਟਿਕਾ ਲੈ ਲਿਆ ਹੈ। ਪਰਮਾਪੇ ਦਾ ਪਤਾ ਚੱਲਿਆ ਹੈ। ਦੋਹਰਾ ਲਾਲੂ ਬਾਲੂ ਬਿਜ ਹੈ। ਤੋ ਇੱਕ ਸਾਧ ਸੰਗਤ ਜੀ ਅੱਗੇ ਮਹਾਰਾਜ ਪਾਸ ਹੋਰ ਬਿਜ ਜਾਤ ਦੇ ਇੱਕ ਭਾਈ ਲਾਲੂ ਜੀ, ਭਾਈ ਬਾਲੂ ਜੀ ਨਾਮੇ ਸਿੱਖ ਵੀ ਆਏ ਹੈ। ਤੀਸਰ ਪ੍ਰਿਯ ਹਰਦਾਸ। ਤੇ ਤੀਸਰੇ ਸਿੱਖ ਪਿਆਰੇ ਹਰਦਾਸ ਜੀ ਮਹਾਰਾਜ ਪਾਸ ਪਹੁੰਚੇ ਹੈ। ਮਿਲ ਆਏ ਦਰਸ਼ਨ ਕਰਨ। ਇਹ ਮਿਲ ਕੇ ਤਿੰਨੇ ਜਾਣੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਦਰਸ਼ਨਾਂ ਨੂੰ ਆਏ ਹੈ। ਸ੍ਰੀ ਅਰਜਨ ਕੇ ਪਾਸ। ਧੰਨ ਸਤਿਗੁਰੂ ਅਰਜਨ ਦੇਵ ਸਹਿਬਾਨ ਸਤਿਗੁਰਾਂ ਦੇ ਪਾਸ ਹੀ। ਚੌਪਈ ਬੰਦ ਹਾਥ ਬੰਧਨ ਕਰ ਬੈਸੇ। ਦੋਵੇਂ ਹੱਥ ਜੋੜੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਸੰਗਤ ਵਿੱਚ ਬੈਠ ਗਏ ਐ। ਅਰਜ ਬਖਾਨੀ ਤਿੰਨਹੁ ਐਸੇ। ਇਹਨਾਂ ਤਿੰਨਾਂ ਨੇ ਫਿਰ ਹੱਥ ਜੋੜ ਕੇ ਹਜ਼ੂਰ ਨੂੰ ਇਉਂ ਬੇਨਤੀ ਕੀਤੀ ਹੈ। ਹਮਕੋ ਨਿਜ ਉਪਦੇਸ਼ ਸੁਨਾਵਹ। ਸੱਚੇ ਪਾਤਸ਼ਾਹ ਜੀ ਮਹਾਰਾਜ ਦਇਆ ਕਰੋ, ਸਾਨੂੰ ਵੀ ਆਪ ਦਾ ਸੋਹਣਾ ਸਿੱਖਿਆ ਉਪਦੇਸ਼ ਬਖਸ਼ ਦਿਓ ਜੀ। ਜਿਸ ਬਿਦ ਹੋਏ ਉਦਾਰ ਹਮਾਰਾ। ਜਿਸ ਦੇ ਨਾਲ ਸਾਡਾ ਵੀ ਉਧਾਰਾ ਹੋ ਜਾਵੇ।
ਅਸੀਂ ਵੀ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਈਏ ਜੀ। ਕਰਹੁ ਆਪ ਉਪਦੇਸ਼ ਉਚਾਰਾ। ਇਹੋ ਜਿਹਾ ਉਪਦੇਸ਼ ਸਾਡੀ ਕਲਿਆਣ ਵਾਸਤੇ ਸਾਨੂੰ ਬਖਸ਼ੋ, ਉਚਾਰਨਾ ਕਰੋ ਜੀ। ਸੁਣ ਸ੍ਰੀ ਮੁਖ ਤੇ ਬਾਕ ਬਖਾਨੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸੁਣ ਕੇ ਨਾ ਸਿੱਖਾਂ ਤੋਂ ਤੇ ਉਪਦੇਸ਼ ਦੇਣ ਵਾਸਤੇ, ਸ਼ਾਂਤੀ ਬਖਸ਼ਣ ਵਾਸਤੇ ਉਪਦੇਸ਼ ਕੀਤਾ ਹੈ। ਮਾਨ ਮੋਹ ਮਤ ਸਰ ਕਰ ਹਾਨੇ। ਗਰੀਬ ਨਵਾਜ ਕਹਿੰਦੇ ਭਾਈ ਸੁੱਖ ਤਾਂ ਇਸੇ ਵਿੱਚ ਹੀ ਹੈ, ਜੀਵ ਦਾ ਉਧਾਰਾ ਤੇ ਇਸੇ ਵਿੱਚ ਹੀ ਹੈ ਵੀ ਜਿਹੜਾ ਹੰਕਾਰ ਹੈ, ਮੋਹ ਹੈ ਤੇ ਈਰਖ ਹੈ, ਇਹ ਛੱਡ ਦੇਣੀ ਚਾਹੀਦੀ ਹੈ। ਪਰ ਕਾ ਬੁਰਾ ਨ ਰੱਖੋ ਚੀਤ। ਤੇ ਕਿਸੇ ਦੁਸ਼ਮਣ ਦਾ ਵੀ ਬੁਰਾ ਜਿਹੜਾ ਆਪਦੇ ਮਨ ਵਿੱਚ ਨਹੀਂ ਰੱਖਣਾ ਚਾਹੀਦਾ। ਕਿਸੇ ਬਗਾਨੇ ਦਾ ਮਾੜਾ ਹਿਰਦੇ ਵਿੱਚ ਨਹੀਂ ਯਾਦ ਕਰਨਾ ਚਾਹੀਦਾ, ਚਿਤਵਣਾ ਚਾਹੀਦਾ। ਤੁਮਕੋ ਦੁਖ ਨ ਹੋਏ ਕਿਸ ਰੀਤ। ਤੇ ਜਿਹੜਾ ਬਗਾਨੇ ਕਿਸੇ ਦਾ ਮਾੜਾ ਨਹੀਂ ਰੱਖਦਾ ਆਪਦੇ ਮਨ ਅੰਦਰ, ਤਾਂ ਉਹਨਾਂ ਨੂੰ ਦੁੱਖ ਨਹੀਂ ਹੁੰਦਾ। ਤੁਹਾਨੂੰ ਵੀ ਦੁੱਖ ਨਹੀਂ ਹੋਵੇਗਾ ਕਿਸੇ ਤਰ੍ਹਾਂ ਦੇ ਨਾਲ ਵੀ। ਮਿਲਹੁ ਬਿਕਸ ਗੁਰ ਸਿੱਖਣ ਸਾਥ। ਇੱਥੇ ਵੀ ਸੁਖੀ ਰਹੋਗੇ ਤੇ ਅਗਾਂਹ ਵੀ ਸੁਖੀ ਰਹੋਗੇ। ਤੇ ਗੁਰੂ ਕੇ ਸਿੱਖਾਂ ਦੇ ਨਾਲ ਮਿਲ ਕੇ ਰਹਿਣਾ ਤੇ ਸਿੱਖਾਂ ਨੂੰ ਵੇਖ ਕੇ ਮੱਥੇ ਵੱਟ ਨਹੀਂ ਪਾਉਣਾ, ਕਦੇ ਸਦਾ ਖੁਸ਼ ਹੋ ਜਾਣਾ ਹੈ। ਬੰਦਾ ਭਾਉ ਸੰਗ ਜੁਗ ਹਾਥ। ਤੇ ਸਦਾ ਗੁਣਕਾਰੀਆਂ ਨੂੰ ਵੇਖ ਕੇ ਬੰਦਨਾ ਕਰਨੀ ਹੈ, ਬੜਾ ਪ੍ਰੇਮ ਕਰਨਾ ਸਿੱਖਾਂ ਨੂੰ, ਦੋਵੇਂ ਹੱਥ ਜੋੜ ਕੇ ਨਮਸਕਾਰਾਂ ਕਰਨੀਆਂ ਹਨ। ਮਿੱਠਾ ਬੋਲਣ ਅਰ ਨਿਵ ਚੱਲਣਾ। ਮਿੱਠਾ ਬੋਲਣਾ ਹੈ, ਕਿਸੇ ਨੂੰ ਕਿਸੇ ਦਾ ਦਿਲ ਨਹੀਂ ਦਿਖਾਉਣਾ। ਅਰ ਹੇ ਭਾਈ ਲਾਲੂ ਬਾਲੂ ਜੀ, ਨਾਲੇ ਵੀ ਹੈ ਵੀ ਨਿਭ ਕੇ ਚੱਲਣਾ ਹੈ, ਹਿਰਦੇ ਵਿੱਚ ਨਿਮਰਤਾ ਰੱਖਣੀ ਹੈ। ਵੰਡ ਖਾਵਣਾ ਹਿਤ ਧਰ ਮਿਲਣਾ। ਤੇ ਹਿਤ ਪ੍ਰੇਮ ਜਿਹਨੂੰ ਮਿਲਣਾ ਪ੍ਰੇਮ ਕਾ ਧਾਰ ਕੇ ਮਨ ਵਿੱਚ ਮਿਲਣਾ, ਈਰਖਾ ਧਾਰ ਕੇ ਨਹੀਂ। ਤੇ ਜੋ ਵੀ ਦਾਸਾ ਬੀਸਾ ਆਉਂਦਾ ਉਹ ਸਭ ਵੰਡ ਮਿਲ ਕਰਕੇ ਛਕਣਾ ਛਕਾਉਣਾ ਹੈ। ਧਰਮ ਕਿਰਤ ਤੇ ਕਰਨ ਆਹਾਰਾ। ਤੇ ਚੋਰੀ ਯਾਰੀ ਧੋਖਾ ਨਹੀਂ ਕਰਨਾ, ਸਦਾ ਧਰਮ ਦੀ ਦਸਾਂ ਨੌਹਾਂ ਦੀ ਕਿਰਤ ਕਰਕੇ ਹੀ ਪ੍ਰਸ਼ਾਦਾ ਛਕਣਾ ਹੈ। ਪੰਚਹ ਕਰਮ ਦੇਤ ਸੁਖ ਸਾਰਾ। ਇਹ 5 ਕਰਮ ਹੈ, ਜੇ ਕਰ ਲਓਗੇ ਤੇ ਤੁਹਾਨੂੰ ਸਾਰੇ ਸੁੱਖ ਮਿਲ ਜਾਵਣਗੇ। ਇਹ ਸਭ ਕਰਹਾ ਵਿਸਾਰਹ ਨਾਹੀ। ਇਹ ਜ਼ਰੂਰ ਕਰਨੇ ਆ, ਛੱਡਨੇ ਨਹੀਂ ਵੀ। ਇੱਕ ਕਿਸੇ ਦਾ ਬੁਰਾ ਨਹੀਂ ਮਨ ਵਿੱਚ ਚਿਤਵਣਾ। ਤੇ ਇਸ ਤਰ੍ਹਾਂ ਇੱਕ ਜਿਹੜਾ ਸਭ ਸਿੱਖਾਂ ਨੂੰ ਹੱਸ ਕੇ ਮਿਲਣਾ ਹੈ, ਵੰਡ ਕੇ ਛਕਣਾ ਹੈ, ਮਨ ਨੀਵਾਂ ਰੱਖਣਾ ਹੈ ਤੇ ਮਿੱਠਾ ਬੋਲਣਾ ਹੈ, ਦਸਾਂ ਨੌਹਾਂ ਦੀ ਕਿਰਤ ਕਰਨੀ ਹੈ। ਤੋ ਇਹ ਪ੍ਰਸ਼ਾਦਾ ਛਕਣਾ ਵੀ, ਧੋਖਾ ਚੋਰੀ ਠੱਗੀ ਨਹੀਂ ਕਰਨੀ। 5 ਕਰਮ ਕਰੋਗੇ ਤੇ ਸਭ ਤਰ੍ਹਾਂ ਦੇ ਸੁੱਖ ਮਿਲਣਗੇ, ਇਹਨਾਂ ਨੂੰ ਕਦੇ ਛੱਡਣਾ ਨਹੀਂ ਹੈ। ਹੋਏ ਕਲਿਆਣ ਗ੍ਰਹਸਥ ਕੇ ਮਾਹੀ। ਤੁਹਾਡੀ ਗ੍ਰਸਥ ਵਿੱਚ ਰਹਿੰਦਿਆਂ ਹੋਇਆਂ ਹੀ ਕੋਈ ਜੰਗਲਾਂ 'ਚ ਜਾਣ ਦੀ ਲੋੜ ਨਹੀਂ, ਕੋਈ ਤੁਹਾਨੂੰ ਕੰਨ ਪੜਵਾਉਣ ਦੀ ਲੋੜ ਨਹੀਂ, ਘਰ-ਬਾਰ ਛੱਡਣ ਦੀ ਲੋੜ ਨਹੀਂ, ਤੀਰਥਾਂ 'ਤੇ ਜਪ ਤਪ ਕਰਨ ਦੀ ਲੋੜ ਨਹੀਂ। ਇਹ ਕਰਮ ਧਾਰ ਲਓ ਤੇ ਤੁਹਾਡੀ ਘਰ ਵਿੱਚ ਰਹਿੰਦਿਆਂ ਹੋਇਆਂ ਹੀ ਕਲਿਆਣ ਹੋਵੇਗੀ, ਚੜ੍ਹਦੀ ਕਲਾ ਹੋ ਜਾਵੇਗੀ। ਸੁਣ ਕਰ ਸਤਿਗੁਰ ਕੋ ਉਪਦੇਸ਼। ਇਸ ਤਰ੍ਹਾਂ ਖਾਲਸਾ ਜੀ ਇਹਨਾਂ ਨੇ ਹਜ਼ੂਰ ਦੇ ਪਾਸੋਂ ਉਪਦੇਸ਼ ਜਿਹੜਾ ਸਰਵਣ ਕੀਤਾ ਹੈ। ਕਰਿਓ ਕਮਾਵਣ ਕੱਟੇ ਕਲੇਸ਼। ਤੋ ਸਤਿਗੁਰਾਂ ਦੇ ਪਾਸੋਂ ਇਸ ਉਪਦੇਸ਼ ਸੁਣਿਆ, ਕਮਾਇਆ ਤੇ ਕਮਾਇਆ ਮੰਨਿਆ ਖਾਲਸਾ ਜੀ। ਤੇ ਧੀਰੇ ਧੀਰੇ ਸਮਾਂ ਲੰਘਦਾ ਇਹੋ ਜਿਹਾ ਦਿਨ ਆਇਆ ਜਦੋਂ ਬੜੀ ਦਇਆ ਹੋਈ। ਇਹਨਾਂ ਦੇ ਸਾਰੇ 5 ਤਰ੍ਹਾਂ ਦੇ ਕਲੇਸ਼, ਰਾਗ, ਦਵੈਖ, ਅਸਮਤਾ, ਅਵਿਦਿਆ, ਅਭਿਨਵੇਸ਼, ਇਹ 5 ਕਲੇਸ਼ ਜਿਹੜੇ ਕੱਟੇ ਗਏ ਹੈ। ਤੇ ਬੜੀ ਸਤਿਗੁਰਾਂ ਦੀ ਦਇਆ ਹੋਈ ਹੈ। ਮਿਹਰਾਮਤਾਂ ਕਰਕੇ ਸਤਿਗੁਰਾਂ ਨੇ ਇਹਨਾਂ ਨੂੰ ਨਿਵਾਜਣਾ ਕੀਤਾ। ਤੋ ਅੱਗੇ ਖਾਲਸਾ ਜੀ ਜਿਵੇਂ ਫਿਰ ਭਾਈ ਧੀਰ, ਭਾਈ ਨਿਹਾਲੂ ਜੀ, ਤੁਲਸੀਆ, ਬੂਲਾ ਚੰਡੀਆ ਅਤੇ ਆਦਿਕ ਸਤਿਗੁਰਾਂ ਦੇ ਪਾਸ ਪਹੁੰਚੇ। ਤੇ ਗਰੀਬ ਨਵਾਜ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪਾਸੋਂ ਇਹਨਾਂ ਨੇ ਉਪਦੇਸ਼ ਦੀ ਮੰਗ ਕੀਤੀ, ਮਹਾਰਾਜ ਸਾਡੇ 'ਤੇ ਵੀ ਦਇਆ ਕਰੋ। ਤੋ ਉਹ ਸਾਰਾ ਜਿਹੜਾ ਵਾ ਪੁੱਛਿਆ ਬਿਰਤਾਂਤ ਵੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਉਹਨਾਂ ਬਾਬਤ, ਕੋਈ ਕਹਿੰਦਾ ਹੈ ਬ੍ਰਹਮਾ ਦੇ ਅਵਤਾਰ ਸਨ, ਕੋਈ ਕਹਿੰਦਾ ਹੈ ਕਿ ਵਿਸ਼ਨੂੰ ਦੇ ਅਵਤਾਰ ਹੈ। ਆਪ ਮਹਾਰਾਜ ਕੀ ਕਹਿੰਦੇ ਹੋ? ਫਿਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਆਦਿ ਕਥਾ ਸੁਣਾਈ ਵੀ ਜਦੋਂ ਪ੍ਰਿਥਵੀ 'ਤੇ ਬਹੁਤ ਪਾਪ ਵੱਧ ਚੁੱਕਿਆ ਸੀ ਤੇ ਧਰਤੀ ਨੇ ਪੁਕਾਰ ਕੀਤੀ ਸੀ ਪਰਮੇਸ਼ਰ ਨੂੰ, ਤੇ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਵੀ ਪਰਮੇਸ਼ਰ ਸਨ ਗੁਰੂ ਨਾਨਕ ਪਾਤਸ਼ਾਹ, ਨਾ ਕਿਸੇ ਵਿਸ਼ਨੂੰ ਕ੍ਰਿਸ਼ਨ ਦਾ ਕਿਸੇ ਦਾ ਕੋਈ ਅਵਤਾਰ ਨਹੀਂ ਸਨ। ਸੱਚੇ ਪਾਤਸ਼ਾਹ ਜੀ ਤਾਂ ਵਿਸ਼ਨੂੰ
ਕਾਲ ਪੁਰਖ ਕੀ ਦੇਹ ਮੋ ਕੋਟਿਕ ਬਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰਾਵ ਸਸ ਕਰੋੜ ਜਲੇਸ਼। ਕਰੋੜਾਂ ਵਿਸ਼ਨੂੰ ਬ੍ਰਹਮੇ ਵਰਗੇ ਜਿਸ ਪਰਮੇਸ਼ਰ ਦੇ ਇੱਕ ਰੋਮ ਵਿੱਚ ਰਹਿ ਸਕਦੇ ਆ, ਰਹਿ ਰਹੇ ਆ, ਇਹੋ ਜਿਹਾ ਅਕਾਲ ਪੁਰਖ ਪਰਮੇਸ਼ਰ ਸਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ। ਧਰਤੀ ਤੇ ਪਾਪਾਂ ਦਾ ਬਹੁਤ ਭਾਰ ਵਧਣ ਕਾਰਨ ਸੰਸਾਰ ਤੇ ਆਏ, ਤੋ ਉਹ ਸਿੱਖਿਆ ਮਹਾਰਾਜ ਨੇ ਇਹਨਾਂ ਨੂੰ ਬਖਸ਼ਿਸ਼ ਕੀਤੀ, ਇਹਨਾਂ ਦੇ ਸੰਸ਼ੇ ਨਿਵਰਤ ਕੀਤੇ। ਕੱਲ ਦੇ ਦੀਵਾਨ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਜੀ। ਤੋ ਕੱਲ ਨੂੰ ਖਾਲਸਾ ਦੀ ਨਾਲ ਜਿਹੜਾ ਹੈ ਉਚੇਤਰ ਦੀ ਸੰਗਰਾਂਦ ਵੀ ਹੈ। ਤੋ ਇਹ ਨਵਾਂ ਗੁਰਮਤ ਅਨੁਸਾਰ ਜਾਂ 12ਵਾਂ ਪਾਵਨ ਗੁਰਬਾਣੀ ਅਨੁਸਾਰ ਖਾਲਸਾ ਜੀ ਕੱਲ ਦੇ ਦਿਨ ਜਿਹੜਾ ਹੈ ਉਹ ਨਵਾਂ ਸਾਲ ਆਰੰਭ ਹੋ ਰਿਹਾ। ਚੇਤ ਗੋਬਿੰਦ ਅਰਾਧੀਐ ਹੋਵੈ ਆਨੰਦ ਕਣਾ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਦਇਆ ਕਰਨ। ਇੱਥੇ ਸਮਾਪਤੀ ਹੈ। ਸਤਿਗੁਰੂ ਆਪ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇਹ ਸਭ ਕਰਹ ਵਿਸਾਰਹ ਨਾਹੀ, ਹੋਏ ਕਲਿਆਣ ਗ੍ਰਹਸਤ ਕੇ ਮਾਹੀ। ਸੁਨ ਕਰ ਸਤਿਗੁਰ ਕੋ ਉਪਦੇਸ਼, ਕਰਿਓ ਕਮਾਵਣ ਕੱਟੇ ਕਲੇਸ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ। ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ। ਹੇ ਸੰਤਹਿ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ, ਰਾਖਹਿਐ ਪਰੋ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ, ਸੁਣਹੁ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰਹਿ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਵਾਹਿਗੁਰੂ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ, ਵਾਹਿਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।